ਜਦੋਂ ਤੁਹਾਨੂੰ ਉੱਥੇ ਤੁਹਾਡੇ ਟੈਲੈਂਟ ਦੇ ਅਕੋਰਡਿੰਗ ਤੁਹਾਡੀ ਮਿਹਨਤ ਦਾ ਫਲ ਨਹੀਂ ਮਿਲਦਾ ਤਾਂ ਡੈਫੀਨਿਟਲੀ ਤੁਸੀਂ ਮਜਬੂਰ ਹੋ ਜਾਂਦੇ ਹੋ। 4 ਸਾਲ 5 ਸਾਲ ICICI ਬੈਂਕ ਕੰਮ ਕੀਤਾ, ਜ਼ੈਂਟਾ ਕਾਲ ਸੈਂਟਰ 'ਚ ਮੈਨੂੰ ਇੰਟਰਵਿਊ ਹੋ ਗਿਆ, ਮੇਰਾ ਸਿਲੈਕਸ਼ਨ ਹੋ ਗਈ ਮੇਰੀ, ਫਿਰ ਰਿਲਾਇੰਸ ਵਿੱਚ ਹੋ ਗਈ ਸੀ। ਤੇ ਜਦੋਂ ਐਂਡ ਆਫ ਦਾ ਡੇ 4 ਸਾਲ 5 ਸਾਲ ਮਿਹਨਤ ਕਰਨ ਤੋਂ ਬਾਅਦ ਪ੍ਰਮੋਸ਼ਨ ਦਾ ਟਾਈਮ ਆਉਂਦਾ, ਅਗਲੇ ਕਹਿ ਦਿੰਦੇ ਯਾਰ ਤੂੰ ਨਾਈਟ ਸ਼ਿਫਟ 'ਤੇ ਚਲਾ ਜਾ, ਤੈਨੂੰ ਕੰਮ ਨਹੀਂ ਹੁੰਦਾ। ਤੇ ਉਹ ਆਪਣੇ ਚਾਚੇ ਮਾਮੇ ਦੇ ਮੁੰਡਿਆਂ ਨੂੰ ਉੱਥੇ ਲਿਆ ਕੇ ਉਹਨਾਂ ਨੂੰ ਪ੍ਰਮੋਸ਼ਨ ਦਿਲਾ ਦਿੰਦੇ ਨੇ। ਵੱਡੀ ਵੱਡੀ ਮਲਟੀਨੈਸ਼ਨਲ ਕੰਪਨੀ ਕੌਣ ਚਲਾਉਂਦਾ ਵੀਰੇ? ਆਹ ਰਿਲਾਇੰਸ ਜਾਂ ਕੋਈ ਅੰਬਾਨੀ ਵਾਲੀ ਜਾਂ ਕੋਈ ਅਡਾਨੀ ਹੈ ਕਿ ਤੁਹਾਨੂੰ ਲੱਗਦਾ ਕਿ ਕੰਪਿਊਟਰ 'ਤੇ ਬਹਿ ਕੇ ਕਾਲਸ ਲੈਂਦੇ ਨੇ ਜਾਂ ਪ੍ਰੋਡਕਟ ਸੇਲ ਕਰਦੇ ਨੇ? ਨਹੀਂ, ਸਾਡੇ ਵਰਗਾ ਟੈਲੈਂਟ ਮੀਂਹ ਪੈਂਦਾ 4 ਮਹੀਨੇ ਲਗਾਤਾਰ ਬੰਬੇ ਵਿੱਚ, ਸਾਡੇ ਵਰਗੇ ਬੰਦੇ ਹੱਥਾਂ ਵਿੱਚ ਜੁੱਤੀਆਂ ਪਿੱਛੇ ਛਤਰੀ ਲਟਕਾ ਕੇ ਕੰਮ ਕਰਨ ਜਾਂਦੇ ਨੇ ਆਫਿਸ 'ਚ, ਤਾਂ ਉਹਨਾਂ ਨੂੰ ਰੋਜ਼ੀ ਰੋਟੀ ਚੱਲਦੀ ਹੈ। ਸਾਨੂੰ 70-80 ਸਾਲ ਹੋ ਗਏ, ਠੀਕ ਹੈ ਜੀ, ਲਗਭਗ ਆਜ਼ਾਦ ਹੋਏ ਨੂੰ ਦੇਸ਼ ਨੂੰ, ਹਰੇ ਵੀ ਕਰਪਸ਼ਨ ਨਹੀਂ ਖਤਮ ਕਰ ਪਾਏ। ਮੈਂ ਆਈਡੀਆਜ਼ ਹੈਗੇ ਮੇਰੇ ਕੋਲ, ਮੈਂ ਦੱਸਦਾ ਕਿ ਅਸੀਂ 1 ਘੰਟਾ ਸਿਰਫ 1 ਘੰਟਾ ਡੇਲੀ ਕੰਮ ਕਰਕੇ ਹਫਤੇ 10 ਦਿਨ ਦੇ ਵਿੱਚ ਆਪਣੇ ਦੇਸ਼ ਦੇ ਵਿੱਚੋਂ ਕਰਪਸ਼ਨ ਬਿਲਕੁਲ ਖਤਮ ਕਰ ਸਕਦੇ ਹਾਂ। ਪਿੱਛੇ ਬੋਰਡ ਲਾਇਆ ਵੀ 100 ਦਿਨਾਂ ਵਿੱਚ ਅੰਗਰੇਜ਼ੀ ਬੋਲਣਾ ਸਿੱਖੋ, ਕਿ ਤੁਸੀਂ ਵੀ ਬਾਕੀਆਂ ਵਾਂਗ ਦਾਅਵੇ ਕਰਦੇ ਹੋ 25-25 ਹਜ਼ਾਰ ਰੁਪਇਆ ਲੈ ਕੇ ਵੀ ਹਾਂ ਜਲਦੀ ਜਲਦੀ ਇੰਗਲਿਸ਼ ਬੋਲਣਾ ਸਿੱਖ ਲਓ। ਜ਼ਰੂਰੀ ਨਹੀਂ ਕਿ ਹਰ ਇੱਕ ਇਨਸਾਨ ਪੈਸੇ ਦੇ ਕੇ ਹੀ ਕਿਸੇ ਦੀ ਹੈਲਪ ਕਰ ਸਕਦਾ। ਮੈਂ ਇੱਕ ਸੁਪਨਾ ਦੇਖਿਆ ਸਕਿਲਡ ਇੰਡੀਆ ਦਾ, ਇੰਡੀਪੈਂਡੈਂਟ ਇੰਡੀਆ ਦਾ, ਕਰਪਸ਼ਨ ਫਰੀ ਇੰਡੀਆ ਦਾ, ਜਿਹੜਾ ਕਿ ਮੈਂ ਪੂਰਾ ਕਰ ਸਕਦਾ ਵਾਂ। ਤਾਂ ਜੇ ਕੋਈ ਗਰੀਬ ਤਬਕਾ ਹੈਗਾ ਜਿਹੜਾ ਪੜ੍ਹਨ ਦਾ ਸ਼ੌਕੀਨ ਹੈ, ਇੰਗਲਿਸ਼ ਸਿੱਖਣ ਦਾ ਸ਼ੌਕੀਨ ਹੈ, ਤਾਂ ਜੋ ਆਪਣੇ ਮਾਂ-ਬਾਪ ਦੇ ਲਈ ਉਹ ਅੱਛੀ ਕੋਈ ਜੌਬ ਲੱਭ ਕੇ ਉਹਨਾਂ ਦੀ ਸੇਵਾ ਕਰ ਸਕਦਾ ਜਾਂ ਆਪਣੇ ਦੇਸ਼ ਦਾ ਨਾਮ ਉੱਚਾ ਕਰ ਸਕਦਾ, ਠੀਕ ਹੈ ਜੀ, ਤਾਂ ਮੈਂ ਉਹਨਾਂ ਨੂੰ ਫਰੀ ਵੀ ਪੜ੍ਹਾ ਦਿੰਦਾ। ਮੈਂ ਕਿਹਾ ਸੁਪਨਿਆਂ ਦੇ ਸ਼ਹਿਰ ਤੋਂ ਮੁੰਡਾ ਹੁਣ ਮਿਲਕ ਬਦਾਮ ਵੇਚ ਰਿਹਾ। ਸੁਪਨਿਆਂ ਦੇ ਸ਼ਹਿਰ ਮੁੰਬਈ ਕਿਹਾ ਜਾਂਦਾ, ਦੁਬਈ ਵੀ ਸੁਪਨਿਆਂ ਦਾ ਸ਼ਹਿਰ ਆ, ਉੱਥੇ ਤੁਸੀਂ ਕੰਮ ਕੀਤਾ, ਵੱਡੀ ਵੱਡੀ ਮਲਟੀਨੈਸ਼ਨਲ ਕੰਪਨੀਜ਼ ਵਿੱਚ ਕੰਮ ਕੀਤਾ, ਪਰ ਅੱਜ ਮਿਲਕ ਬਦਾਮ ਇੱਥੇ ਵੇਚ ਰਹੇ ਹੋ ਵੀ ਪੁੱਲ ਦੇ ਥੱਲੇ। ਸਰ ਦੇਖੋ, ਇਹ ਸਭ ਗਲਤੀ ਹੈਗੀ ਤੁਹਾਡੀ ਸਰਕਾਰਾਂ ਦੀ, ਚਾਹੇ ਜਿਹੜੀ ਮਰਜ਼ੀ ਹੋਵੇ, ਸੈਂਟਰ ਦੀ ਹੋਵੇ ਚਾਹੇ ਸਟੇਟ ਦੀ ਹੋਵੇ। ਅਗਰ ਤੁਹਾਨੂੰ ਅਪਰਚੁਨਿਟੀਜ਼ ਇੱਥੇ ਮਿਲਦੀਆਂ ਪਈਆਂ ਤਾਂ ਕੋਈ ਪਾਗਲ ਥੋੜ੍ਹੀ ਆ ਆਪਣਾ ਦੇਸ਼ ਆਪਣੀ ਫੈਮਿਲੀ ਛੱਡ ਕੇ ਏਡੀ ਦੂਰ ਪੈਸੇ ਕਮਾਉਣ ਜਾਊਗਾ, ਉਹ ਵੀ ਲੱਖਾਂ ਰੁਪਏ ਖਰਚ ਕਰਕੇ। ਇਹਦੇ ਵਿੱਚ ਗਲਤੀ ਹੈਗੀ ਸਾਡੀ ਸਰਕਾਰਾਂ ਦੀ। ਅਗਰ ਸਾਡੀ ਸਰਕਾਰ ਜੋ ਵਾਅਦੇ ਕਰਦੀ ਆ, ਜਿਵੇਂ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਪਿਛਲੀ ਵਾਰ ਕਿ ਘਰ ਘਰ ਸਰਕਾਰੀ ਨੌਕਰੀ, ਇੱਦਾਂ ਦੇ ਬਹੁਤ ਹਜ਼ਾਰਾਂ ਵਾਅਦੇ ਕੀਤੇ ਹੋਣੇ ਜਿਨ੍ਹਾਂ 'ਚ ਉਹਨਾਂ ਨੇ ਇੱਕ ਨਹੀਂ ਨਿਭਾਇਆ। ਅਗਰ ਸਾਡੇ ਕੋਲ ਸਰਕਾਰੀ ਨੌਕਰੀ ਕਿ ਘਰ 'ਚ ਵੀ ਹੋ ਜੇ ਤਾਂ ਸਾਨੂੰ ਕਿਸੇ ਨੂੰ ਵੀ ਬਾਹਰ ਜਾ ਕੇ ਗੋਲੀਆਂ ਖਾਣ ਦੀ ਲੋੜ ਨਹੀਂ ਪੈਂਦੀ। ਹੁਣ ਅਗਲੀ ਗੱਲ ਇੰਗਲਿਸ਼ ਵਿੱਚ ਗੱਲਬਾਤ ਕਰਦੇ ਆ, ਮੈਂ ਵੀ ਕੋਸ਼ਿਸ਼ ਕਰਦਾ ਹਾਂ ਇੰਗਲਿਸ਼ ਵਿੱਚ ਬੋਲਣ ਦੀ। English is nothing but a language, and but as of nowadays it has become more than that. If you want to clear any national or international job interview, you need English. If you want to show off to somebody that you are educated one, even then you should know the English. Government promotes we are Hindi, we are Indians, speak Hindi. They promote Indian language, Hindi language. But when they want to do the corrupt things, they just pass all the bills in the parliament in tough English language. Why they are taking an advantage High vocabulary. with high vocabularies, right? So why they do that? Because they know that we support Indian language, that is Hindi language, but when we want to make somebody fool, then we have to use English language to make somebody fool. So it's just a language. You should know that all the bills being passed by the politicians in the parliament, why they are being passed. ਦੋਸਤ ਆਸ-ਪਾਸ ਜਿਹੜੇ ਪਹਿਲਾਂ ਕਹਿੰਦੇ ਹੋਣਗੇ, ਕਈ ਵਾਰੀ ਕਹਿੰਦੇ ਸੀ ਵੀ ਇਹਨਾਂ ਦਾ ਮੁੰਡਾ ਮੁੰਬਈ ਗਿਆ, ਇਹਨਾਂ ਦਾ ਮੁੰਡਾ ਦੁਬਈ ਗਿਆ ਆ, ਹੁਣ ਕਹਿੰਦੇ ਨਹੀਂ ਵੀ ਬਾਹਰੋਂ ਜਾ ਕੇ ਆਇਆ ਹੁਣ ਮਿਲਕ ਬਦਾਮ ਵੇਚਦਾ। ਸਰ ਸਿੱਧੀ ਜੀ ਗੱਲ ਆ, ਟੂ ਬੀ ਵੈਰੀ ਫਰੈਂਕ, ਬਹੁਤ ਹੀ ਸੱਚੀ ਜਾਂ ਵੱਡੀ ਗੱਲ ਕਹਿ ਲੱਗਾ, ਜਿਹੜੇ ਤੁਹਾਨੂੰ ਇੱਦਾਂ ਕਹਿੰਦੇ ਨੇ ਬਾਹਰ ਜਾ ਕੇ ਆਇਆ ਜਾਂ ਮਿਲਕ ਬਦਾਮ ਵੇਚਦਾ, ਉਹ ਅੱਜ ਬਾਹਰ ਜਾਂਦੇ ਨੇ ਕਿ ਤੁਹਾਨੂੰ ਲੱਗਦਾ ਤੇ ਪ੍ਰੈਜ਼ੀਡੈਂਟ ਲੱਗ ਜਾਂਦੇ ਨੇ, ਪ੍ਰਾਈਮ ਮਿਨਿਸਟਰ ਲੱਗ ਜਾਂਦੇ ਨੇ। ਰੇਹੜੀ ਰਿਕਸ਼ਾ ਵਾਲਾ ਸਬਜ਼ੀ ਵੇਚਣ ਦਾ ਸੇਮ ਕੇਸ, ਕੋਈ ਬੰਦਾ ਆਈਸਕ੍ਰੀਮ ਵੇਚਣ ਦਾ ਪਿੰਡ ਦੇ ਵਿੱਚ 16-20 ਕਿਲੋਮੀਟਰ ਰੇਹੜੀ 'ਤੇ ਲੱਗਾ ਹੁੰਦਾ, 10 ਰੁਪਏ ਦੀ ਆਈਸਕ੍ਰੀਮ ਵੇਚ ਕੇ ਆਉਂਦਾ। ਮੈਂ ਇੱਥੇ ਬੈਠਾ ਹਾਂ ਮਿਲਕ ਬਦਾਮ ਵੇਚਦਾ, ਧੁੱਪੇ ਮਿਹਨਤ ਕਰ ਰਿਹਾ ਵੇਚਦਾ ਵਾਂ, ਠੀਕ ਹੈ ਜੀ। ਸਾਡੀ ਇੰਨੀ ਕੋਸ਼ਿਸ਼ ਦੇ ਬਾਵਜੂਦ ਅਸੀਂ 10-20-50 ਹਜ਼ਾਰ ਤੋਂ ਵੱਧ ਨਹੀਂ ਕਮਾ ਸਕਦੇ ਮਹੀਨੇ 'ਚ। ਤੇ ਹੈਡਸ ਆਫ ਆ ਮੋਦੀ ਜੀ ਨੇ, ਉਹਨਾਂ ਨੇ ਇਕੱਲੇ ਨੇ ਦੇਸ਼ ਪੂਰਾ ਦਾ ਪੂਰਾ ਵੇਚਤਾ। ਕਿਆ ਟੈਲੈਂਟ ਹੈ ਭਾਈ ਸਾਹਿਬ, ਕਿ ਅੱਜ ਤੱਕ ਕਿਸੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੋਂ ਨਹੀਂ ਹੋਇਆ, ਉਹਨਾਂ ਨੇ ਕਰਕੇ ਦਿਖਾਤਾ ਭਾਈ ਮੈਂ ਵੇਚ ਸਕਦਾ, ਦੇਖੋ ਕਿੰਨਾ ਟੈਲੈਂਟ ਹੈ ਮੇਰੇ 'ਚ। ਇਹ ਤੋਂ ਵੱਧ ਟੈਲੈਂਟ ਕਿਸੇ 'ਚ ਹੋ ਸਕਦਾ ਇੰਡੀਆ ਨੇ? ਉਹ ਵੀ ਉਹ ਚਾਹ ਵੇਚਦੇ ਸੀ, ਹਿਸਾਬ ਲਾਓ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਅੱਜ ਤੁਹਾਨੂੰ ਸੁਸ਼ੀਲ ਕੁਮਾਰ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਨੇ ਸੁਪਨਿਆਂ ਦੇ ਸ਼ਹਿਰ ਮੁੰਬਈ ਅਤੇ ਦੁਬਈ 'ਚ ਪਹਿਲਾਂ ਤਾਂ ਵੱਡੀ MNC ਮਤਲਬ ਕਿ ਮਲਟੀਨੈਸ਼ਨਲ ਕੰਪਨੀਜ਼ ਵਿੱਚ ਕੰਮ ਕੀਤਾ, ਪਰ ਉਸ ਤੋਂ ਬਾਅਦ ਅੱਜ ਇਹ ਅਲੀਗੜ੍ਹ ਪੁੱਲ ਥੱਲੇ, ਜੋ ਕਿ ਜਗਰਾਓਂ ਦਾ ਅਲੀਗੜ੍ਹ ਪੁੱਲ ਹੈ, ਰਾਜੇ ਢਾਬੇ ਦੇ ਕੋਲ ਪੈਂਦਾ, ਉੱਥੇ ਮਿਲਕ ਬਦਾਮ ਵੇਚ ਰਹੇ ਨੇ। ਕੀ ਜ਼ਿੰਦਗੀ 'ਚ ਹੋਇਆ ਅਤੇ ਇੰਗਲਿਸ਼ ਦੀ ਫਲੂਐਂਸੀ ਇੰਨੀ ਕੁ ਵਧੀਆ ਕਿ ਵੱਡਿਆਂ ਨੂੰ
ਮਾਤ ਪਾ ਦੇਵੇ ਜਿਹੜੇ ਕਹਿੰਦੇ ਨੇ ਸਾਡੀ ਇੰਗਲਿਸ਼ ਬੜੀ ਫਲੂਐਂਟ ਹੈ, ਅਸੀਂ ਇੰਗਲਿਸ਼ ਬਹੁਤ ਤੇਜ਼ ਬੋਲਦੇ ਹਾਂ। ਇੱਕ ਵਾਰੀ ਇਹ ਨੌਜਵਾਨ ਦੀ ਇੰਗਲਿਸ਼ ਵੀ ਜਰਾ ਸੁਣ ਲੈਣ। ਅਤੇ MBA ਕੀਤੀ ਹੋਈ ਹੈ। ਹੁਣ ਇਸ ਨੌਜਵਾਨ ਨਾਲ ਹੀ ਅੱਗੇ ਗੱਲ ਕਰਦੇ ਹਾਂ, ਇਹਦੀ ਕਹਾਣੀ ਇਹਦੇ ਤੋਂ ਹੀ ਸੁਣਦੇ ਹਾਂ। ਆਪਣੇ ਬਾਰੇ ਦੱਸੋ। ਸ਼ੁਰੂਆਤ 'ਚ ਹੀ ਮੈਂ ਕਹਿੰਦਾ ਵੀ ਪਹਿਲਾਂ ਤਾਂ ਆਪਣੇ ਬਾਰੇ ਦੱਸੋ, ਕਿਉਂਕਿ ਮੈਂ ਸ਼ੁਰੂਆਤ 'ਚ ਕਿਹਾ ਮੁੰਡੇ ਦੀ ਇੰਗਲਿਸ਼ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ, ਫਲੂਐਂਸੀ ਸੁਣ ਕੇ ਹੈਰਾਨ ਹੋ ਜਾਓਗੇ। ਤੇ ਸਭ ਤੋਂ ਵੱਡੀ ਗੱਲ, ਪਿੱਛੇ ਬੋਰਡ ਲਾਇਆ ਵੀ 100 ਦਿਨਾਂ ਵਿੱਚ ਅੰਗਰੇਜ਼ੀ ਬੋਲਣਾ ਸਿੱਖੋ। ਜੀ ਕਿ ਤੁਸੀਂ ਵੀ ਬਾਕੀਆਂ ਵਾਂਗ ਦਾਅਵੇ ਕਰਦੇ ਹੋ 25-25 ਹਜ਼ਾਰ ਰੁਪਇਆ ਲੈ ਕੇ ਵੀ ਹਾਂ ਜਲਦੀ ਜਲਦੀ ਇੰਗਲਿਸ਼ ਬੋਲਣਾ ਸਿੱਖ ਲਓ। ਸਭ ਤੋਂ ਪਹਿਲਾਂ ਤਾਂ ਪਿਆਰ ਭਲੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਚੈਨਲ ਦੇਖ ਰਹੇ ਨੇ। ਤੇ ਜੇ ਆਪਾਂ ਗੱਲ ਕਰੀਏ ਸਰ ਦਾਅਵਿਆਂ ਦੀ, ਦਾਅਵੇ ਤਾਂ ਦੁਨੀਆ 'ਚ ਹਰ ਕੋਈ ਕਰ ਲੈਂਦਾ, ਲੇਕਿਨ ਉਹਨੂੰ ਨਿਭਾਉਣਾ ਬਹੁਤ ਔਖਾ ਹੁੰਦਾ। ਮੇਰੇ ਅੰਦਰ ਬਚਪਨ ਤੋਂ ਇੱਕ ਕੀੜਾ ਸੀਗਾ। ਜੇ ਆਪਾਂ ਸ਼ੁਰੂਆਤ ਗੱਲ ਕਰੀਏ ਕਿ ਮੈਂ ਯਾਰ ਆਪਣੇ ਲਈ ਤਾਂ ਕੁਛ ਕਰਾਂ ਤੇ ਮੇਰੇ ਮਾਪੇ ਦੇ ਲਈ ਜਿਹੜੇ ਇੰਨੀ ਮਿਹਨਤ ਕਰਕੇ ਮੈਨੂੰ ਪਾਲ ਪੋਸ ਰਹੇ ਨੇ ਉਹਨਾਂ ਲਈ ਕੁਛ ਕਰਾਂ, ਨਾਲ ਦੀ ਨਾਲ ਮੈਂ ਆਪਣੇ ਦੇਸ਼ ਵਾਸੀਆਂ ਲਈ, ਦੇਸ਼ ਦੇ ਲਈ ਕੁਛ ਕਰਾਂ। ਤਾਂ ਜਿਹੜਾ ਤੁਹਾਡੇ ਕੋਲ ਟੈਲੈਂਟ ਹੁੰਦਾ, ਗੁਣ ਹੁੰਦਾ ਵਾ, ਠੀਕ ਹੈ ਜੀ, ਜ਼ਰੂਰੀ ਨਹੀਂ ਕਿ ਹਰ ਇੱਕ ਇਨਸਾਨ ਪੈਸੇ ਦੇ ਕੇ ਹੀ ਕਿਸੇ ਦੀ ਹੈਲਪ ਕਰ ਸਕਦਾ। ਮੈਂ ਇੱਕ ਸੁਪਨਾ ਦੇਖਿਆ ਸਕਿਲਡ ਇੰਡੀਆ ਦਾ, ਇੰਡੀਪੈਂਡੈਂਟ ਇੰਡੀਆ ਦਾ, ਕਰਪਸ਼ਨ ਫਰੀ ਇੰਡੀਆ ਦਾ, ਜਿਹੜਾ ਕਿ ਮੈਂ ਪੂਰਾ ਕਰ ਸਕਦਾ ਵਾਂ। ਠੀਕ ਹੈ ਜੀ। ਹੁਣ ਪੈਸੇ ਨਾਲ ਹੈਲਪ ਨਹੀਂ ਕੀਤੀ ਜਾ ਸਕਦੀ। ਕਈ ਵਾਰ ਤੁਹਾਡੇ ਕੋਲ ਜਿਹੜੇ ਸਕਿੱਲਸ ਨੇ ਤੁਸੀਂ ਉਹਦੇ ਥਰੂ ਕਿਸੇ ਦੀ ਹੈਲਪ ਕਰ ਸਕਦੇ ਹੋ। ਸਪੋਜ਼ ਕਰੋ ਮੈਂ ਇੰਗਲਿਸ਼ ਸਿੱਖੀ ਤਾਂ ਮੇਰਾ ਫਰਜ਼ ਬਣਦਾ ਕਿ ਜਿੰਨੇ ਨੌਜਵਾਨ ਨੇ ਆਪਣਾ ਟੈਲੈਂਟ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਆਪਣਾ ਜਿਹੜਾ ਗੁਣ ਵੰਡਾਂ, ਪੈਸੇ ਨਾਲ ਵੰਡਾਂ, ਆਪਣਾ ਸਕਿੱਲ ਵੰਡਾਂ। ਮੇਰਾ ਕਿਹੜਾ ਕੁਛ ਘੱਟ ਜਾਣਾ ਸਰ। ਵੈਸੇ ਗੱਲ ਕਰੀਏ ਆਇਲਟਸ ਸੀ ਤਾਂ ਬਾਜ਼ਾਰ 'ਚ 8,000 ਤੋਂ ਫੀਸ ਸ਼ੁਰੂ ਹੈ। 8,000 ਮਹੀਨਾ, 10,000 ਮਹੀਨਾ, 25,000 ਮਹੀਨਾ। ਪਰ ਮੇਰਾ ਇਹਦਾ ਕੋਈ ਇਰਾਦਾ ਨਹੀਂ ਪੈਸੇ ਕਮਾਉਣ ਦਾ। ਬਾਬੇ ਦੀ ਮਿਹਰ ਆ ਕੰਮ ਆਪਾਂ ਖੋਲ੍ਹਿਆ ਹੋਇਆ ਵਧੀਆ ਚੱਲੀ ਜਾਂਦਾ। ਅਤੇ ਇਹ ਇਸ ਕਰਕੇ ਮੈਂ ਖੋਲ੍ਹਿਆ ਕਿ ਜਿਹੜਾ ਗਰੀਬ ਤਬਕਾ, ਠੀਕ ਹੈ ਜੀ, ਜਾਂ ਜਿਹੜੇ ਲੋਕ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਕਾਫੀ ਪੈਸਾ ਬਰਬਾਦ ਕਰ ਚੁੱਕੇ ਨੇ, ਉਹਨਾਂ ਨੂੰ ਮੈਂ ਕੁਝ ਫ੍ਰੀ ਪੜ੍ਹਾ ਸਕਾਂ। ਹਾਂ ਪੈਸੇ ਦੀ ਵੀ ਲੋੜ ਹੁੰਦੀ ਹੈ ਆਪਾਂ ਨੂੰ, ਲੇਕਿਨ ਅਗਰ ਤੁਹਾਡੇ ਕੋਲ ਸਕਿੱਲਸ ਨੇ ਉਹਨੂੰ ਵੰਡਣਾ ਨਾ ਭੁੱਲੋ। ਤਾਂ ਜੇ ਕੋਈ ਗਰੀਬ ਤਬਕਾ ਹੈਗਾ ਜਿਹੜਾ ਪੜ੍ਹਨ ਦਾ ਸ਼ੌਕੀਨ ਹੈ, ਇੰਗਲਿਸ਼ ਸਿੱਖਣ ਦਾ ਸ਼ੌਕੀਨ ਹੈ, ਤਾਂ ਜੋ ਆਪਣੇ ਮਾਂ-ਬਾਪ ਦੇ ਲਈ ਉਹ ਅੱਛੀ ਕੋਈ ਜੋਬ ਲੱਭ ਕੇ ਉਹਨਾਂ ਦੀ ਸੇਵਾ ਕਰ ਸਕਦਾ ਜਾਂ ਆਪਣੇ ਦੇਸ਼ ਦਾ ਨਾਮ ਉੱਚਾ ਕਰ ਸਕਦਾ, ਠੀਕ ਹੈ ਜੀ, ਤਾਂ ਮੈਂ ਉਹਨਾਂ ਨੂੰ ਫ੍ਰੀ ਵੀ ਪੜ੍ਹਾ ਦਿੰਦਾ। ਪੈਸੇ ਦੇ ਦੇਣਗੇ ਤਾਂ ਵੀ ਠੀਕ ਆ, ਪੈਸੇ ਨਹੀਂ ਦੇ ਪਾਉਂਦੇ ਤਾਂ ਵੀ ਠੀਕ ਆ, ਕੋਈ ਦਿੱਕਤ ਨਹੀਂ ਹੈ। ਏਡਾ ਬਦਲਾਅ ਕਿੱਦਾਂ ਆਇਆ? ਮੈਂ ਕਿਹਾ ਸੁਪਨਿਆਂ ਦੇ ਸ਼ਹਿਰ ਤੋਂ ਮੁੰਡਾ ਹੁਣ ਮਿਲਕ ਬਦਾਮ ਵੇਚ ਰਿਹਾ। ਸੁਪਨਿਆਂ ਦੇ ਸ਼ਹਿਰ ਮੁੰਬਈ ਕਿਹਾ ਜਾਂਦਾ, ਦੁਬਈ ਵੀ ਸੁਪਨਿਆਂ ਦਾ ਸ਼ਹਿਰ ਆ। ਉੱਥੇ ਤੁਸੀਂ ਕੰਮ ਕੀਤਾ, ਵੱਡੀ ਮਲਟੀਨੈਸ਼ਨਲ ਕੰਪਨੀਜ਼ ਵਿੱਚ ਕੰਮ ਕੀਤਾ, ਪਰ ਅੱਜ ਮਿਲਕ ਬਦਾਮ ਇੱਥੇ ਵੇਚ ਰਹੇ ਹੋ, ਵੀ ਪੁੱਲ ਦੇ ਥੱਲੇ। ਸਰ ਦੇਖੋ ਇਹ ਸਭ ਗਲਤੀ ਹੈਗੀ ਤੁਹਾਡੀ ਸਰਕਾਰਾਂ ਦੀ, ਚਾਹੇ ਜਿਹੜੀ ਮਰਜ਼ੀ ਹੋਵੇ, ਸੈਂਟਰ ਦੀ ਹੋਵੇ ਚਾਹੇ ਸਟੇਟ ਦੀ ਹੋਵੇ। ਅਗਰ ਤੁਹਾਨੂੰ ਓਪਰਚੁਨਿਟੀਜ਼ ਇੱਥੇ ਮਿਲਦੀਆਂ ਪਈਆਂ ਤਾਂ ਕੋਈ ਪਾਗਲ ਥੋੜ੍ਹੀ ਆ ਆਪਣਾ ਦੇਸ਼, ਆਪਣੀ ਫੈਮਿਲੀ ਛੱਡ ਕੇ ਐਡੀ ਦੂਰ ਪੈਸੇ ਕਮਾਉਣ ਜਾਊਗਾ, ਉਹ ਵੀ ਲੱਖਾਂ ਰੁਪਏ ਖਰਚ ਕਰਕੇ। ਠੀਕ ਹੈ ਜੀ। ਤੁਸੀਂ ਇਹ ਲੇਟੈਸਟ ਨਿਊਜ਼ ਸੁਣੀ ਹੋਣੀ ਆ ਕਿ ਦੁਬਈ ਵਿੱਚ ਕੋਈ ਆਪਣਾ ਪੰਜਾਬੀ ਮੁੰਡਾ, ਉਹਦੇ ਕੁਝ ਲੜਾਈ ਝਗੜਾ ਹੋ ਗਿਆ ਉੱਥੇ, ਅਤੇ ਉੱਥੋਂ ਦੀ ਗੌਰਮੈਂਟ ਨੇ ਉਹਨੂੰ ਸ਼ੂਟ ਕਰਨ ਦੇਣ ਕਿ ਗੋਲੀ ਮਾਰਨ ਦਾ ਆਰਡਰ ਦੇ ਦਿੱਤਾ। ਅਤੇ ਇਹਦੇ ਵਿੱਚ ਕਿਹਦੀ ਗਲਤੀ ਆ? ਉਸ ਨੌਜਵਾਨ ਦੀ ਗਲਤੀ ਨਹੀਂ। ਮੈਂ ਤਾਂ ਸਿੱਧਾ ਬਲੇਮ ਕਰਦਾ ਵੀ ਸਿੱਧੀ ਗੱਲ ਆ, ਮੈਂ ਸੱਚ ਬੋਲਣਾ ਨਹੀਂ ਰਹਿ ਸਕਦਾਗਾ। ਇਹਦੇ ਵਿੱਚ ਗਲਤੀ ਹੈਗੀ ਸਾਡੀ ਸਰਕਾਰਾਂ ਦੀ। ਅਗਰ ਸਾਡੀ ਸਰਕਾਰ ਜੋ ਵਾਅਦੇ ਕਰਦੀ ਆ, ਜਿਵੇਂ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਪਿਛਲੀ ਵਾਰ ਕਿ ਘਰ ਘਰ ਸਰਕਾਰੀ ਨੌਕਰੀ, ਇੱਦਾਂ ਦੇ ਬਹੁਤ ਹਜ਼ਾਰਾਂ ਵਾਅਦੇ ਕੀਤੇ ਹੋਣੇ ਜਿਨ੍ਹਾਂ 'ਚ ਉਹਨਾਂ ਨੇ ਇੱਕ ਨਹੀਂ ਨਿਭਾਇਆ। ਅਗਰ ਸਾਡੇ ਕੋਲ ਸਰਕਾਰੀ ਨੌਕਰੀ ਕਿ ਘਰ 'ਚ ਵੀ ਹੋ ਜੇ ਤਾਂ ਸਾਨੂੰ ਕਿਸੇ ਨੂੰ ਵੀ ਬਾਹਰ ਜਾ ਕੇ ਗੋਲੀਆਂ ਖਾਣ ਦੀ ਲੋੜ ਨਹੀਂ ਪੈਂਦੀ। ਉਹ ਉੱਥੇ ਕਿਉਂ ਬੈਠਾ? ਕਿਉਂਕਿ ਉਸ ਨੂੰ ਇੱਥੇ ਪ੍ਰੋਪਰ ਰੋਜ਼ਗਾਰ ਨਹੀਂ ਮਿਲਿਆ। ਠੀਕ ਹੈ ਜੀ। ਉਸ ਤੋਂ ਬਾਅਦ ਏਜੰਟ ਦੇ ਵਿੱਚ ਏਜੰਟਾਂ ਨੂੰ ਪੈਸੇ ਦੇ ਕੇ ਲੱਖਾਂ ਰੁਪਇਆ, ਉਹ ਬਾਹਰ ਗਿਆ, ਉੱਥੇ ਜਾ ਕੇ ਉਹਨੂੰ ਕੀ ਮਿਲ ਗਿਆ? ਮੌਤ। ਤਾਂ ਇਟਸ ਬੈਟਰ ਹੈ ਕਿ ਮੌਤ ਦੇ ਮੂੰਹ 'ਚੋਂ ਜਾਣ ਦੀ ਬਜਾਏ, ਠੀਕ ਹੈ ਜੀ, ਆਪਣਾ ਟੈਲੈਂਟ ਤੁਸੀਂ ਇੱਥੇ ਲੈ ਕੇ ਆਓ, ਇੱਥੇ ਸ਼ੋਅ ਕਰੋ। ਹੁਣ ਮੈਂ ਆਪਣੀ ਫੈਮਿਲੀ ਦੀ ਸਪੋਰਟ ਨਾਲ ਮੈਂ ਬਿਜ਼ਨਸ ਕਰ ਰਿਹਾ, ਠੀਕ ਹੈ ਜੀ, ਵਧੀਆ ਚੱਲ ਰਿਹਾ ਵਾ। ਮੈਨੂੰ ਕਿਸੇ ਗਵਰਨਮੈਂਟ ਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਕਿ ਮੈਨੂੰ ਕੰਮ ਦਿਓ, ਇਹ ਕਰੋ, ਉਹ ਕਰੋ। ਮੈਂ ਆਪਣੇ ਟੈਲੈਂਟ ਨੂੰ ਪਹਿਚਾਣਿਆ। ਹੁਣ ਮੈਂ ਇੰਗਲਿਸ਼ ਵੀ ਪੜ੍ਹਾਉਣਾ ਵਾ, ਮੈਂ ਰੋਜ਼ਗਾਰ ਵੀ ਕਰਦਾ ਵਾਂ। ਇਸ ਤੋਂ ਬਾਅਦ ਸਾਡੀ ਬੁਟੀਕ ਵੀ ਹੈ, ਦੁੱਧ ਦਾ ਵੀ ਕੰਮ ਕਰੀਦਾ। ਤਾਂ ਅਗਰ ਤੁਸੀਂ ਇੰਡੀਪੈਂਡੈਂਟ ਹੋਣਾ ਚਾਹੁੰਦੇ ਹੋ, ਆਪਣੇ ਸਕਿੱਲਸ ਨੂੰ ਵੰਡੋ। ਜੇ ਕਿ ਮੈਥ ਦਾ ਟੀਚਰ ਆ, ਉਹ ਆਪਣੇ ਮੈਥ ਦੇ ਸਟੂਡੈਂਟਸ ਇਕੱਠੇ ਕਰੇ ਜਿਹੜੇ ਪੜ੍ਹਨ ਦੇ ਸ਼ੌਕੀਨ ਨੇ, ਅਫੋਰਡ ਕਰ ਸਕਦੇ ਆ ਪੇਮੈਂਟ, ਠੀਕ ਆ, ਨਹੀਂ ਕਰ ਸਕਦੇ ਤਾਂ ਵੀ ਠੀਕ ਹੈ, ਠੀਕ ਹੈ, ਉਹਨਾਂ ਨੂੰ ਸਕਿੱਲ ਵੰਡਣ। ਸੁਸ਼ੀਲ, ਸੁਪਨਾ ਹੁੰਦਾ ਵੀ ਮਲਟੀਨੈਸ਼ਨਲ ਕੰਪਨੀਆਂ 'ਚ ਕੰਮ ਕਰੀਏ, ਲੋਕਾਂ ਦਾ ਸੁਪਨਾ ਹੁੰਦਾ, ਤੁਸੀਂ ਉਹਨੂੰ ਛੱਡ ਕੇ ਇਸ ਕੰਮ 'ਚ ਕਿਸ ਤਰ੍ਹਾਂ ਆ ਗਏ? ਸਰ ਉਹਦੇ ਵਿੱਚ ਵੀ ਕਾਫੀ ਲੰਬੀ ਕਹਾਣੀਆਂ ਨੇ। ਜਦੋਂ ਤੁਹਾਨੂੰ ਉੱਥੇ ਤੁਹਾਡੇ ਟੈਲੈਂਟ ਦੇ ਅਕੋਰਡਿੰਗ ਤੁਹਾਡੀ ਮਿਹਨਤ ਦਾ ਫਲ ਨਹੀਂ ਮਿਲਦਾ ਤਾਂ ਡੈਫੀਨੇਟਲੀ ਤੁਸੀਂ ਮਜਬੂਰ ਹੋ ਜਾਂਦੇ ਹੋ। 4 ਸਾਲ 5 ਸਾਲ ICICI ਬੈਂਕ ਕੰਮ ਕੀਤਾ, ਜ਼ੈਂਟਾ ਕਾਲ ਸੈਂਟਰ 'ਚ ਮੈਨੂੰ ਇੰਟਰਵਿਊ ਹੋ ਗਿਆ, ਮੇਰਾ ਸਿਲੈਕਸ਼ਨ ਹੋ ਗਈ ਮੇਰੀ, ਫਿਰ ਰਿਲਾਇੰਸ ਵਿੱਚ ਹੋ ਗਈ ਸੀ। ਅਤੇ ਜਦੋਂ ਐਂਡ ਆਫ ਦਾ ਡੇ 4 ਸਾਲ 5 ਸਾਲ ਮਿਹਨਤ ਕਰਨ ਤੋਂ ਬਾਅਦ ਪ੍ਰਮੋਸ਼ਨ ਦਾ ਟਾਈਮ ਆਉਂਦਾ, ਅਗਲੇ ਕਹਿ ਦਿੰਦੇ ਯਾਰ ਤੂੰ ਨਾਈਟ ਸ਼ਿਫਟ 'ਤੇ ਚਲਾ ਜਾ, ਤੈਨੂੰ ਕੰਮ ਨਹੀਂ ਹੁੰਦਾ। ਅਤੇ ਉਹ ਆਪਣੇ ਚਾਚੇ ਮਾਮੇ ਦੇ ਮੁੰਡਿਆਂ ਨੂੰ ਉੱਥੇ ਲਿਆ ਕੇ ਉਹਨਾਂ ਨੂੰ ਪ੍ਰਮੋਸ਼ਨ ਦਿਲਾ ਦਿੰਦੇ ਨੇ। ਤਾਂ ਐਂਡ ਆਫ ਦਾ ਡੇ ਇਹ ਮੇਰੇ ਨਾਲ ਨਹੀਂ ਹੋ ਰਿਹਾ, ਲੱਖਾਂ ਕਰੋੜਾਂ ਹਿੰਦੁਸਤਾਨੀ ਨੇ ਉਹਨਾਂ ਨਾਲ ਹੋ ਰਿਹਾ, ਲੇਕਿਨ ਉਹ ਜੌਬ ਛੱਡ ਨਹੀਂ ਰਹੇ ਕਿਉਂਕਿ ਉਹਨਾਂ ਦੀ ਮਜਬੂਰੀ ਹੈ, ਉਹਨਾਂ ਨੇ ਪੇਟ ਵੀ ਪਾਲਣਾ। ਠੀਕ ਹੈ। ਉਹਨਾਂ ਨੂੰ ਇਸ ਗੱਲ ਦੇ ਬਾਰੇ ਸੋਚਣਾ ਚਾਹੀਦਾ, ਸਮਝਣਾ ਚਾਹੀਦਾ ਕਿ ਉਹਨਾਂ 'ਚ ਵੀ ਟੈਲੈਂਟ ਹੈ। ਵੱਡੀ ਮਲਟੀਨੈਸ਼ਨਲ ਕੰਪਨੀ ਕੌਣ ਚਲਾਉਂਦਾ ਵੀਰੇ? ਰਿਲਾਇੰਸ ਆ,
ਕੋਈ ਅੰਬਾਨੀ ਵਾਲੇ ਜਾਂ ਕੋਈ ਅਡਾਨੀ ਹੈ ਕਿ ਤੁਹਾਨੂੰ ਲੱਗਦਾ ਕਿ ਕੰਪਿਊਟਰ ਤੇ ਬਹਿ ਕੇ ਕਾਲਸ ਲੈਂਦੇ ਨੇ ਜਾਂ ਪ੍ਰੋਡਕਟ ਸੇਲ ਕਰਦੇ ਨੇ? ਨਹੀਂ, ਸਾਡੇ ਵਰਗਾ ਟੈਲੈਂਟ ਮੀਂਹ ਪੈਂਦਾ 4 ਮਹੀਨੇ ਲਗਾਤਾਰ ਬੰਬੇ ਵਿੱਚ, ਸਾਡੇ ਵਰਗੇ ਬੰਦੇ ਹੱਥਾਂ ਵਿੱਚ ਜੁੱਤੀਆਂ ਪਿੱਛੇ ਛਤਰੀ ਲਟਕਾ ਕੇ ਕੰਮ ਕਰਨ ਜਾਂਦੇ ਨੇ ਆਫਿਸ 'ਚ, ਤਾਂ ਉਹਨਾਂ ਨੂੰ ਰੋਜ਼ੀ ਰੋਟੀ ਚੱਲਦੀ ਹੈ। ਠੀਕ ਹੈ ਜੀ, ਉਹ ਤਾਂ ਕਦੇ ਆਪਣੇ ਹੈਲੀਕਾਪਟਰ ਤੋਂ ਥੱਲੇ ਨਹੀਂ ਉਤਰੇ। ਸਾਡੇ ਵਰਗਾ ਟੈਲੈਂਟ ਯੂਜ਼ ਕਰਕੇ ਉਹ ਲੋਕੀ ਬਹੁਤ ਘੱਟ ਪੈਸੇ ਵਿੱਚ ਤਾਂ ਇੰਨੇ ਕਰੋੜਾਂਪਤੀ ਬਣ ਗਏ। ਠੀਕ ਹੈ ਜੀ, ਤੇ ਸਾਨੂੰ ਚਾਹੀਦਾ ਕਿ ਉਹ ਟੈਲੈਂਟ ਵੇਸਟ ਨਾ ਕਰੀਏ, ਕੁਝ ਰੁਪਏ ਲਈ ਆਪਣਾ ਕੋਸ਼ਿਸ਼ ਕਰੀਏ। ਠੀਕ ਹੈ ਜੀ। ਮਤਲਬ ਕਾਰਪੋਰੇਟ ਘਰਾਣੇ ਜੇ ਗੱਲ ਕਰੀਏ ਤੁਹਾਡੇ ਕੋਲ, ਜੇ ਆਮ ਲੋਕਾਂ ਕੋਲ ਲੱਖਾਂ ਦਾ ਜਾਂ ਕਰੋੜਾਂ ਦਾ ਕੰਮ ਕਰਾ ਕੇ ਬਦਲੇ 'ਚ ਪੇ ਸਿਰਫ ਹਜ਼ਾਰਾਂ 'ਚ ਦਿੰਦੇ ਆ, ਵੱਧ ਤੋਂ ਵੱਧ 1 ਲੱਖ ਰੁਪਇਆ ਪੇ ਦੇਣਗੇ, ਬਟ ਜਿਹਦੀ 1 ਲੱਖ ਪੇ ਹੋਏਗੀ ਉਹਦੇ ਕੋਲ ਕਰੋੜਾਂ ਦਾ ਕੰਮ ਲੈਣਗੇ। ਜੀ ਬਿਲਕੁਲ ਸਹੀ ਸਰ। ਐਕਚੁਅਲੀ ਮੇਰੇ ਕੋਲ ਬਹੁਤ ਕੁਛ ਹੈ ਬੋਲਣ ਦੇ ਲਈ ਕਿ ਸਾਡਾ ਦੇਸ਼ ਪਿਛੜਾ ਹੋਇਆ ਕਿਉਂ ਆ। ਦੇਖੋ, ਸਾਨੂੰ 70-80 ਸਾਲ ਹੋ ਗਏ। ਠੀਕ ਹੈ ਜੀ, ਲਗਭਗ ਆਜ਼ਾਦ ਹੋਏ ਨੂੰ ਦੇਸ਼ ਨੂੰ, ਹਰੇ ਵੀ ਕਰਪਸ਼ਨ ਨਹੀਂ ਖਤਮ ਕਰ ਪਾਏ। ਮੈਂ ਆਈਡੀਆਜ਼ ਹੈਗੇ ਮੇਰੇ ਕੋਲ, ਮੈਂ ਦੱਸਦਾ ਕਿ ਅਸੀਂ 1 ਘੰਟਾ, ਸਿਰਫ 1 ਘੰਟਾ ਡੇਲੀ ਕੰਮ ਕਰਕੇ ਹਫਤੇ 10 ਦਿਨ ਦੇ ਵਿੱਚ ਆਪਣੇ ਦੇਸ਼ ਦੇ ਵਿੱਚੋਂ ਕਰਪਸ਼ਨ ਬਿਲਕੁਲ ਖਤਮ ਕਰ ਸਕਦੇ ਹਾਂ। ਸੁਸ਼ੀਲ, ਇਹ ਗੱਲਾਂ ਆਪਾਂ ਬਾਅਦ 'ਚ ਵੀ ਕਰਾਂਗੇ। ਜਿਹੜੀ ਤੁਹਾਡੀ ਮੇਨ ਮਸ਼ਹੂਰ ਹੈ ਇੰਗਲਿਸ਼, ਹੁਣ ਅਗਲੀ ਗੱਲ ਇੰਗਲਿਸ਼ 'ਚ ਗੱਲਬਾਤ ਕਰਦੇ ਆ। ਮੈਂ ਵੀ ਕੋਸ਼ਿਸ਼ ਕਰਦਾ ਇੰਗਲਿਸ਼ 'ਚ ਬੋਲਣ ਦੀ, ਤੁਹਾਡੇ ਨਾਲ ਸ਼ਾਇਦ ਮੈਂ ਵੀ ਸਿੱਖ ਲਾਂ ਇੰਗਲਿਸ਼, ਕਿਉਂਕਿ ਤੁਸੀਂ ਕਿਹਾ ਵੀ 100 ਦਿਨਾਂ 'ਚ ਸਿੱਖੋ, ਮੈਨੂੰ ਲੱਗਦਾ ਸ਼ਾਇਦ ਮੈਂ ਵੀ ਸਿੱਖ ਲਵਾਂਗਾ। ਲੈਟਸ ਟਾਕ ਇਨ ਇੰਗਲਿਸ਼। Yes, sir. I'm always there to talk to you or talk to somebody in English, because the thing is, English is nothing but a language, and but as of now, nowadays it has become more than that. If you want to clear any national or international job interview, you need English. If you want to show off to somebody that you are educated one, even then you should know the English. And ਤੁਸੀਂ ਦੇਖੋ, let's see, let's go to the government. Let's attack the government. Government promotes we are Hindi, we are Indians, speak Hindi. They promote Indian language, Hindi language. But when they want to do the corrupt things, they just pass all the bills in the parliament in tough English language. Why they are taking an advantage high vocabulary. with high vocabularies, right? So why they do that? Because they know that we support Indian language, that is Hindi language, but when we want to make somebody fool, then we have to use English language to make somebody fool. So it's just a language. You should know that all the bills being passed by the politicians in the parliament, why they are being passed, even during the pandemic era, right? Why they are being passed? You should know. If you know English, then you can get to know that these are beneficial for us or for themselves only, right? So this is a language, not only language, it is everything as of now, as I've explained you. So it's better anyhow you try to learn it, right? Tell me about your story. How you learn English, because you are studied in Punjab board, in Punjabi schools. How you learn English? Actually, the thing is, I did my 12th in Hindi medium. Oh. After that, all of a sudden, my parents said, "Yaar, Angrezi da daura, we should do something in English." I was quite afraid what to do at that time. I was good in writing, but as far as speaking is concerned, I was not at all good. Okay. The thing is, then I started watching motivational videos. Then I tried to motivate myself. I started going to temple, Gurudwara Sahib, where I got to know that there are gurus who has sacrificed their lives for us, right? So now why we are afraid? What we are afraid of? If they sacrifice their lives, for whom? For us, right? So it's our moral duty. Do whatever you want to do. Show the world that why they have sacrificed their lives, right? So you need to follow their footprints. We can't be those gurus. It's not at all possible, but even then we can follow them. If they have sacrificed their lives for us, it means they recognize us, because in future we can do something better for the people of our country or for the people of other countries, right? So they have sacrificed life for us. So now it's our moral duty. Do whatever it takes and help others, so that their souls in the heaven be happy. Let them be happy by knowing that we are following their footprints. The way they helped us, we are surviving here. Why? Because of them, right? So there may be somebody else who may be survive because of you. So we should follow the Guru's footprints, right? Their steps, so that we can help somebody to make their life better. Sushil, why are you wearing one goggles and one specs? So the thing is, I've done computer jobs, right? So where I used to work 30 hours continuously without any break. What happened at that time, my eyes got dried.
So doctor advised me, he said that you are not supposed to watch any kind of electronic gadget which throws light into your eyes. But even then, I received so many calls from my fans, and the person the one who wants to set up his own business, that he's looking for better business ideas. And after that, my students who want me to teach them online using mobile. So now it's my, you can say, foundation that I have to wear this. And it's too hot outside, you can say. It is also affecting, the heat is affecting my eyes. So anyhow, I'm bound to wear them, put them on. ਹੁਣ ਪੰਜਾਬੀ 'ਚ ਗੱਲ ਕਰਦੇ ਆ ਵੀ ਕੋਚਿੰਗ ਵੀ ਦਿੰਦੇ ਹੋ, ਸਭ ਕੁਝ ਕਰਦੇ ਹੋ, ਪਰ ਗੱਲ ਇਹ ਆਉਂਦੀ ਆ ਦੋਸਤ ਆਸ-ਪਾਸ ਜਿਹੜੇ ਪਹਿਲਾਂ ਕਹਿੰਦੇ ਹੋਣਗੇ, ਕਈ ਵਾਰੀ ਕਹਿੰਦੇ ਵੀ ਸੀ ਵੀ ਇਹਨਾਂ ਦਾ ਮੁੰਡਾ ਮੁੰਬਈ ਗਿਆ, ਇਹਨਾਂ ਦਾ ਮੁੰਡਾ ਦੁਬਈ ਗਿਆ ਆ, ਹੁਣ ਕਹਿੰਦੇ ਨਹੀਂ ਵੀ ਬਾਹਰੋਂ ਜਾ ਕੇ ਆਇਆ, ਹੁਣ ਮਿਲਕ ਬਦਾਮ ਵੇਚਦਾ ਮੈਂ। ਸਰ ਸਿੱਧੀ ਜੀ ਗੱਲ ਆ, ਟੂ ਬੀ ਵੈਰੀ ਫਰੈਂਕ, ਬਹੁਤ ਹੀ ਸੱਚੀ ਜਾਂ ਵੱਡੀ ਗੱਲ ਕਹਿਣ ਲੱਗਾ, ਜਿਹੜੇ ਤੁਹਾਨੂੰ ਇੱਦਾਂ ਕਹਿੰਦੇ ਨੇ ਬਾਹਰ ਜਾ ਕੇ ਆਇਆ ਜਾਂ ਮਿਲਕ ਬਦਾਮ ਵੇਚਦਾ, ਉਹ ਅੱਜ ਬਾਹਰ ਜਾਂਦੇ ਨੇ ਕਿ ਤੁਹਾਨੂੰ ਲੱਗਦਾ ਤੇ ਪ੍ਰੈਜ਼ੀਡੈਂਟ ਲੱਗ ਜਾਂਦੇ ਨੇ, ਪ੍ਰਾਈਮ ਮਿਨਿਸਟਰ ਲੱਗ ਜਾਂਦੇ ਨੇ। ਗੁੱਸਾ ਨਾ ਮੰਨੇ ਕੋਈ ਵੀਰ, ਇਹ ਸੱਚ ਹੈ, ਮੈਂ ਵੀ ਕੀਤਾ, ਤੁਸੀਂ ਵੀ ਕਰਨਾ, ਹੋਰ ਵੀ ਕਰਨਗੇ। ਪੈਟਰੋਲ ਪੰਪ 'ਤੇ ਕੰਮ ਕਰਦੇ ਨੇ, ਟੈਕਸੀਆਂ ਚਲਾਉਂਦੇ ਨੇ, ਆਪਣੇ ਭੈਣ ਭਰਾ ਜਿੰਨੇ ਨੇ ਢਾਬਿਆਂ 'ਤੇ ਕੰਮ ਕਰਦੇ ਨੇ, ਪੀਜ਼ਾ ਡਿਲੀਵਰ ਕਰਦੇ ਨੇ। ਤਾਂ ਇਸ ਕਰਕੇ ਕਿਸੇ ਦੇ ਟੈਲੈਂਟ ਨੂੰ ਛੋਟਾ ਨਾ ਸਮਝੋ, ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਜਿਵੇਂ ਕਿ ਨਵਜੋਤ ਸਿੰਘ ਸਿੱਧੂ ਭਾਜੀ ਆਪਣੇ ਕਹਿੰਦੇ ਹੁੰਦੇ ਹਮੇਸ਼ਾ ਕਿ ਦੁਨੀਆ ਮੇਂ ਹੈ ਸਭ ਸੇ ਬੜਾ ਰੋਗ ਕਿਆ ਸੋਚेंगे ਮੇਰੇ ਬਾਰੇ ਮੇਂ ਲੋਕ। ਤੁਸੀਂ ਉਹ ਨਾ ਲੋਕਾਂ ਨੂੰ ਸੋਚਵਾਓ ਜੋ ਉਹ ਸੋਚਣਾ ਚਾਹੁੰਦੇ ਨੇ, ਉਹਨਾਂ ਨੂੰ ਆਪਣੇ ਟੈਲੈਂਟ ਦੀ ਵਜ੍ਹਾ ਨਾਲ ਉਹਨਾਂ ਨੂੰ ਫੋਰਸ ਕਰ ਦਿਓ ਉਹ ਸੋਚਣ ਦੇ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਬਾਰੇ ਸੋਚਣ। ਠੀਕ ਹੈ ਸਰ। ਤਾਂ ਅਗਰ ਤੁਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ। ਠੀਕ ਹੈ। ਤੇ ਜੇ ਆਪਾਂ ਗੱਲ ਕਰੀਏ ਸਰਕਾਰਾਂ ਦੀ, ਮੈਂ ਜਿਵੇਂ ਸਟਾਰਟਿੰਗ ਤੋਂ ਗੱਲ ਕਹੀ ਕਿ ਸਰਕਾਰਾਂ ਦਾ ਸਾਰਾ ਕਸੂਰ ਆ ਕਿਵੇਂ, ਸਭ ਤੋਂ ਪਹਿਲਾਂ ਮੇਰਾ ਹੈਡਸ ਆਫ ਆ ਨਰਿੰਦਰ ਮੋਦੀ ਸਾਹਿਬ ਨੂੰ। ਉਹਨਾਂ ਵਰਗਾ ਟੈਲੈਂਟ ਦੁਨੀਆ 'ਚ ਨਹੀਂ ਹੈਗਾ। ਕਿਵੇਂ? ਲੋਕੀ ਤਾਂ ਗਾਲਾਂ ਵੀ ਕੱਢਦੇ ਨੇ। ਜੀ ਜੀ, ਮੈਂ ਪਹਿਲਾਂ ਪੂਰੀ ਗੱਲ ਸੁਣੋ ਸਰ। ਆਪਾਂ ਇੱਕ LIC ਦਾ ਏਜੰਟ ਦੇਖ ਲਈਏ ਸਰ, ਉਹ ਜੌਬ ਕਰਨ ਜਾਂਦਾ, ਇੱਕ LIC ਦੀ ਪਾਲਿਸੀ ਕਰਨ ਲਈ ਮਹੀਨਾ ਮਹੀਨਾ ਲੱਗ ਜਾਂਦਾ, ਇੰਨੀ ਮਿਹਨਤ ਕਰਨੀ ਪੈਂਦੀ ਧੁੱਪੇ ਜਾ ਕੇ ਉਹਨੂੰ, ਤਾਂ ਇੱਕ LIC ਦੀ ਪਾਲਿਸੀ ਮਿਲਦੀ ਆ। ਕੋਈ ਰੇਹੜੀ ਰਿਕਸ਼ਾ ਵਾਲਾ ਸਬਜ਼ੀ ਵੇਚਣ ਦਾ ਸੇਮ ਕੇਸ, ਕੋਈ ਬੰਦਾ ਆਈਸਕ੍ਰੀਮ ਵੇਚਣ ਦਾ ਪਿੰਡ ਦੇ ਵਿੱਚ 16-20 ਕਿਲੋਮੀਟਰ ਰੇਹੜੀ 'ਚ ਲਾ ਕੇ ਆਉਂਦਾ, 10 ਰੁਪਏ ਦੀ ਆਈਸਕ੍ਰੀਮ ਵੇਚ ਕੇ ਆਉਂਦਾ। ਮੈਂ ਇੱਥੇ ਬੈਠਾ ਹਾਂ, ਮਿਲਕ ਬਦਾਮ ਵੇਚਦਾ, ਧੁੱਪੇ ਮਿਹਨਤ ਕਰ ਰਿਹਾ, ਵੇਚਦਾ ਵਾਂ। ਠੀਕ ਹੈ ਜੀ। ਸਾਡੀ ਇੰਨੀ ਕੋਸ਼ਿਸ਼ ਦੇ ਬਾਵਜੂਦ ਅਸੀਂ 10-20-50 ਹਜ਼ਾਰ ਤੋਂ ਵੱਧ ਨਹੀਂ ਕਮਾ ਸਕਦੇ ਮਹੀਨੇ 'ਚ। ਤੇ ਹੈਡਸ ਆਫ ਆ ਮੋਦੀ ਜੀ ਨੇ, ਉਹਨਾਂ ਨੇ ਇਕੱਲੇ ਨੇ ਦੇਸ਼ ਪੂਰਾ ਦਾ ਪੂਰਾ ਵੇਚਤਾ। ਕਿਆ ਟੈਲੈਂਟ ਹੈ ਭਾਈ ਸਾਹਿਬ। ਅੱਜ ਤੱਕ ਕਿਸੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੋਂ ਨਹੀਂ ਹੋਇਆ। ਉਹਨਾਂ ਨੇ ਕਰਕੇ ਦਿਖਾਤਾ ਭਾਈ ਮੈਂ ਵੇਚ ਸਕਦਾ, ਦੇਖੋ ਕਿੰਨਾ ਟੈਲੈਂਟ ਹੈ ਮੇਰੇ 'ਚ। ਇਹ ਤੋਂ ਵੱਧ ਟੈਲੈਂਟ ਕਿਸੇ 'ਚ ਹੋ ਸਕਦਾ ਇੰਡੀਆ ਨੇ? ਉਹ ਵੀ ਉਹ ਚਾਹ ਵੇਚਦੇ ਸੀ, ਹਿਸਾਬ ਲਾਓ। ਹੁਣ ਆਪਾਂ ਗੱਲ ਕਰੀਏ ਕ੍ਰਾਈਟੀਰੀਆ ਦੀ। ਹੁਣ ਦੇਖੋ ਗੱਲ ਸੋਚਣ ਵਾਲੀ ਵੀਰ ਜੀ, ਮੈਂ ਬੋਲਦਾ ਸੱਚ। ਇਨਫੈਕਟ ਮੈਂ ਬੁੱਕ ਲਿਖਣਾ ਚਾਹੁੰਦਾ ਸੀਗਾ, ਇਨਫੈਕਟ ਲਿਖੀ ਪਈ ਆ, ਸਮ ਸਟੂਪਿਡ ਇੰਡੀਅਨਸ। ਉਹ ਸਟੂਪਿਡ ਕੌਣ ਹੈ? ਨਾਟ ਆਲ ਦ ਇੰਡੀਅਨਸ, ਪੋਲੀਟੀਸ਼ੀਅਨਸ। ਐਂਡ ਆਫ ਦ ਡੇ ਪੋਲੀਟੀਸ਼ੀਅਨਸ ਆਰ ਦ ਵਨ ਜਿਹੜੇ ਸਾਡੇ ਦੇਸ਼ ਨੂੰ ਨੰਬਰ 1 ਬਣਨ ਦੇ ਵਿੱਚ ਰੋਕ ਰਹੇ ਨੇ। ਮੈਂ ਸਾਬਿਤ ਕਰ ਸਕਦਾ ਕਿਵੇਂ। ਉਹ ਬੁੱਕ ਐਕਚੁਅਲੀ ਮੈਨੂੰ ਪ੍ਰਿੰਟ ਕਰਨ ਦੇ ਲਈ ਪੈਸੇ ਦੀ ਕਮੀ ਹੋ ਗਈ ਤਾਂ ਮੈਂ ਕਰਵਾ ਨਹੀਂ ਸਕਿਆ। ਚਲੋ ਬਾਬਾ ਮਿਹਰ ਕਰੂ ਉੱਪਰ ਵਾਲਾ, ਧੰਨ ਗੁਰੂ ਨਾਨਕ, ਉਹ ਵੀ ਕਿਸੇ ਨੇ ਪ੍ਰਿੰਟ ਹੋ ਜੂਗੀ। ਹੁਣ ਦੇਖੋ, ਅਸੀਂ ਇੱਕ ਪੰਜਾਬ ਪੁਲਿਸ ਦੇ ਵਿੱਚ ਹਵਲਦਾਰ ਦੀ ਜਾਂ ਛੋਟੀ ਮੋਟੀ ਨੌਕਰੀ ਲੈਣੀ ਹੋਵੇ, ਪਹਿਲਾ ਕ੍ਰਾਈਟੀਰੀਆ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ ਵਿਦ 60% ਮਾਰਕਸ। ਦੂਸਰਾ ਕ੍ਰਾਈਟੀਰੀਆ ਜੀ ਫਿਜ਼ਿਕਸ ਥੋੜ੍ਹਾ ਵਧੀਆ ਹੋਣਾ ਚਾਹੀਦਾ, ਇੰਨੀ ਹਾਈਟ, ਇੰਨੀ ਚੈਸਟ ਹੋਣੀ ਚਾਹੀਦੀ, ਸਭ ਕੁਛ। ਤੀਸਰਾ, ਤੁਸੀਂ ਪਹਿਲਾਂ ਪ੍ਰੀਲਿਮਿਨਰੀ ਐਗਜ਼ਾਮ ਕਲੀਅਰ ਕਰੋ, ਫਿਜ਼ੀਕਲ ਟੈਸਟ ਕਲੀਅਰ ਕਰੋ ਮਹੀਨਾ ਲਾ ਕੇ। ਉਸ ਤੋਂ ਬਾਅਦ ਪ੍ਰੀਲਿਮਿਨਰੀ ਐਗਜ਼ਾਮ ਕਲੀਅਰ ਕਰੋ, ਉਸ ਤੋਂ ਬਾਅਦ ਫਾਈਨਲ ਐਗਜ਼ਾਮ ਕਲੀਅਰ ਕਰੋ। ਫਿਰ ਉਸ ਤੋਂ ਬਾਅਦ ਮੈਰਿਟ ਲਿਸਟ ਦੇ ਅਕੋਰਡਿੰਗ ਤੁਹਾਨੂੰ ਇੱਕ ਜੌਬ ਮਿਲੇਗੀ ਜਿਹਦੀ ਤਨਖਾਹ 15 ਤੋਂ 20 ਹਜ਼ਾਰ ਰੁਪਇਆ ਹੋਊਗੀ। ਠੀਕ ਹੈ ਜੀ। ਇੱਕ ਛੋਟੀ ਦੀ ਜੌਬ ਲਈ, ਕਲੈਰੀਕਲ ਜੌਬ ਲਈ ਬੈਂਕ ਦੀ ਸੇਮ ਕ੍ਰਾਈਟੀਰੀਆ ਵਾ, ਬਸ ਫਿਜ਼ੀਕਲ ਨੂੰ ਛੱਡ ਕੇ ਸਾਰਾ। ਠੀਕ ਹੈ ਜੀ। ਅਤੇ ਪ੍ਰਧਾਨ ਮੰਤਰੀ ਬਣਨ ਲਈ ਕੋਈ ਕ੍ਰਾਈਟੀਰੀਆ ਨਹੀਂ ਹੈਗਾ। ਜਿਹੜਾ ਬੰਦਾ ਚੱਕਿਆ ਮੂੰਹ ਚੱਕ ਕੇ ਪ੍ਰਧਾਨ ਮੰਤਰੀ ਬਣ ਗਿਆ, ਚਾਹੇ ਉਹ ਚਾਹ ਵੇਚਦਾ, ਚਾਹੇ ਕੋਈ ਵੀ ਕੰਮ ਕਰਦਾ ਹੋ। ਅਮਿਤ ਸ਼ਾਹ ਦੇਖ ਲਓ, ਉਹਨਾਂ ਦੀ ਹਿਸਟਰੀ ਫਰੋਲ ਕੇ ਦੇਖੋ ਸਰ, ਕੀ ਕੰਮ ਕਰਦੇ ਰਹੇ ਨੇ ਉਹ ਲੋਕੀ। ਠੀਕ ਹੈ। ਤਾਂ ਮੇਰੀ ਇੰਨੀ ਕੁ ਗੁਜ਼ਾਰਿਸ਼ ਹੈ, ਮੋਦੀ ਸਾਹਿਬ ਤੁਸੀਂ ਕਿਸਾਨਾਂ ਉੱਤੇ ਬਿੱਲ ਤਾਂ ਪਾਸ ਕਰ ਰਹੇ ਹੋ, ਆਪਣੇ ਉੱਤੇ ਵੀ ਬਿੱਲ ਪਾਸ ਕਰ ਦਿਓ। ਮੋਦੀ ਸਾਹਿਬ ਤਾਂ ਕਹਿੰਦੇ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ। ਸਰ ਕਹਿਣ ਨੂੰ ਤਾਂ ਮੈਂ ਕਹਿ ਦਿੰਦਾ, ਮੈਂ ਤਾਂ ਦੁਬਈ 'ਚ ਜਾ ਕੇ ਰਾਜਾ ਸੀ, ਸ਼ੇਖ ਸੀਗਾ, ਬਟ ਆਈ ਨੋ ਦ ਗਰਾਊਂਡ ਰਿਐਲਿਟੀਜ਼ ਕੀ ਹੈ। ਠੀਕ ਹੈ। ਮੈਂ ਉਹੀ ਕਿਹਾ ਨਾ, ਸਾਡੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ, ਵਾਅਦਾ ਕਰਨ ਦੇ ਵਿੱਚ ਨੰਬਰ 1 ਨੇ ਦੁਨੀਆ 'ਚ, ਵਾਅਦਾ ਨਿਭਾਉਣ ਦੇ ਵਿੱਚ 0। ਠੀਕ ਹੈ। ਹੁਣ ਆਪਾਂ ਅੱਗੇ ਗੱਲ ਕਰੀਏ ਜੇ ਆਪਣੇ ਟੈਲੈਂਟ ਦੀ। ਸਪੋਜ਼ ਕਰੋ ਸਾਡੇ 'ਚ ਇੰਨਾ ਟੈਲੈਂਟ ਆ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਨਵਜੋਤ ਸਿੰਘ ਸਿੱਧੂ ਭਾਜੀ ਕਿੰਨਾ ਬੋਲਦੇ ਨੇ। ਠੀਕ ਹੈ ਜੀ। ਉਹ ਇਸ ਵੇਲੇ ਉਹਨਾਂ ਨੂੰ ਨਵੀਂ ਪਦਵੀ ਵੀ ਮਿਲੀ ਹੈ, ਪੰਜਾਬ ਦੇ ਪ੍ਰਧਾਨ ਬਣ ਗਏ ਨੇ ਕਾਂਗਰਸ ਦੇ ਉਹ। ਠੀਕ ਹੈ। ਉਹ ਇਨਸਾਨ ਇੰਨਾ ਬੋਲਦਾ ਤਾਂ ਇੰਨਾ ਕੁਛ ਉਹ ਬਣ ਗਿਆ। ਡਾਕਟਰ ਮਨਮੋਹਨ ਸਿੰਘ ਵਿਚਾਰੇ ਉਹ ਕੁਝ ਵੀ ਨਹੀਂ ਬੋਲਦੇ, ਉਹ ਤਾਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ। ਸੋਚਣ ਵਾਲੀ ਗੱਲ ਹੈ ਵੀਰ ਜੀ। ਅਤੇ ਜਿੱਦਾਂ ਡਾਕਟਰ ਮਨਮੋਹਨ ਸਿੰਘ ਵਰਗੇ ਬੰਦੇ ਨਵਜੋਤ ਸਿੰਘ ਸਿੱਧੂ ਵਾਂਗੂ ਬੋਲਣ ਲੱਗ ਗਏ, ਉਹ ਤਾਂ ਸਿੱਧੇ ਅਮਰੀਕਾ ਦੇ ਪ੍ਰੈਜ਼ੀਡੈਂਟ ਲੱਗਣਗੇ ਜਾਂ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਲੱਗਣਗੇ। ਠੀਕ ਆ। ਉਹ ਇਕੋਨੋਮਿਸਟ ਆ, ਉਹਨਾਂ ਨੂੰ ਪਤਾ ਦੇਸ਼ ਕਿਵੇਂ ਚਲਾਉਣਾ।
ਉਹਨਾਂ ਨੂੰ ਕਿਉਂ ਨਹੀਂ ਅੱਗੇ ਲੈ ਕੇ ਆਏ? ਦੇਖੋ, ਸਾਡਾ ਕੰਮ ਇਹ ਨਹੀਂ ਹੈਗਾ ਕਿ ਕਾਂਗਰਸ, ਬੀਜੇਪੀ ਜਾਂ ਕੋਈ ਹੋਰ ਪਾਰਟੀ ਦੇ ਲਈ ਅਸੀਂ ਫਾਈਟ ਕਰੀਏ ਜਾਂ ਵੋਟਾਂ ਪਾਈਏ। ਸਾਡਾ ਕੰਮ ਕੀ ਹੈ? ਸਾਡਾ ਦੇਸ਼ ਕਿਵੇਂ ਤਰੱਕੀ ਕਰੇ। ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਚਾਹੇ ਕੋਈ ਗੁੱਸਾ ਕਰੇ, ਕਿਉਂਕਿ ਸੱਚ ਹੈ ਵੀਰੇ। ਰੋਜ਼ ਜਿੰਨੇ ਵੀ ਪੋਲੀਟੀਕਲ ਲੀਡਰਸ ਨੇ, ਚਾਹੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਫਾਈਨੈਂਸ ਮੰਤਰੀ, ਰੋਜ਼ ਸਵੇਰੇ ਉੱਠ ਕੇ ਇੱਕ ਵਾਰੀ ਸ਼ੀਸ਼ੇ 'ਚ ਆਪਣੀ ਸ਼ਕਲ ਦੇਖਣ ਤੇ ਆਪਦਿਆਂ ਨੂੰ ਕੁਝ ਸਵਾਲ ਕਰਨ। ਪਹਿਲਾ ਸਵਾਲ ਇਹ ਕਰਨ ਕਿ ਕਿਵੇਂ ਅੱਜ ਉੱਠ ਕੇ ਜਨਤਾ ਦੇ ਲਈ ਕੋਈ ਚੰਗਾ ਕੰਮ ਕੀਤਾ? ਨਹੀਂ। ਉਹਨਾਂ ਦਾ ਸਿਰ ਸ਼ਰਮ ਦੇ ਨਾਲ ਆਟੋਮੈਟਿਕਲੀ ਝੁਕ ਜਾਣਾ ਕਿ ਵਾਕਈ ਯਾਰ ਮੈਂ ਨਹੀਂ ਕੀਤਾ, ਅਤੇ ਉਹਨਾਂ ਨੂੰ ਕਰਨਾ ਚਾਹੀਦਾ। ਦੂਸਰੀ ਗੱਲ, ਜਦੋਂ ਕੁਰਸੀ 'ਤੇ ਬੈਠ ਜਾਂਦੇ ਨੇ, ਉਹਨਾਂ ਦਾ ਇੱਕੋ ਹੀ ਦਿਮਾਗ 'ਚ ਇੱਕ ਟਾਰਗੇਟ ਹੁੰਦਾ, ਕੁਰਸੀ ਕਿੱਦਾਂ ਬਚਾਈਏ। ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਵੀਰੇ, ਜਿੰਨੇ ਵੀ ਪੋਲੀਟੀਕਲ ਲੀਡਰਸ ਨੇ, ਤੁਸੀਂ ਨਾ ਅਗਰ ਕੁਰਸੀ 'ਤੇ ਪਹੁੰਚ ਗਏ, ਇੱਕ ਵਾਰੀ ਪੋਜੀਸ਼ਨ 'ਤੇ ਪਹੁੰਚ ਗਏ ਨਾ, 5 ਸਾਲ ਦੇ ਵਿੱਚ ਮੈਂ ਕਹਿੰਦਾ ਤੁਸੀਂ ਹਰ ਸਾਲ ਇੱਕ 10 ਚੰਗੇ ਕੰਮ ਕਰ ਦਿਓ ਆਪਣੇ ਦੇਸ਼ ਤੇ ਦੇਸ਼ ਵਾਸੀਆਂ ਦੇ ਲਈ। ਠੀਕ ਹੈ ਜੀ? 10 × 5 50 ਕੰਮ ਹੋ ਜਾਣਗੇ ਜਿਹੜੇ ਤੁਸੀਂ ਚੰਗੇ ਕਰੋਗੇ। ਉਸ ਤੋਂ ਬਾਅਦ ਤੁਹਾਨੂੰ ਲੋਕਾਂ ਦੇ ਘਰੇ ਜਾ ਕੇ ਹੱਥ ਪੈਰ ਜੋੜਨ ਦੀ ਲੋੜ ਨਹੀਂ ਪੈਣੀਗੀ। ਲੋਕੀ ਖੁਦ ਲੱਭਣਗੇ ਕਿ ਭਾਈ ਮੋਦੀ ਕੌਣ ਹੈ ਜਾਂ ਕੈਪਟਨ ਕੌਣ ਹੈ, ਤੁਹਾਨੂੰ ਆ ਕੇ ਵੋਟਾਂ ਪਾਉਣਗੇ। ਜਿਸ ਕੰਮ ਲਈ ਤੁਹਾਨੂੰ ਪੈਸੇ ਮਿਲਦੇ ਸਰ, ਉਹ ਕੰਮ ਕਰੋ। ਠੀਕ ਹੈ? ਅਤੇ ਤੀਸਰਾ ਸਵਾਲ ਤੁਸੀਂ ਇਹ ਕਰਨਾ ਕਿ ਸਵੇਰੇ ਉੱਠ ਕੇ ਸ਼ੀਸ਼ੇ 'ਚ ਇਹ ਦੇਖਣਾ, ਪੁੱਛਣਾ ਆਪਦਿਆਂ ਨੂੰ ਕਿ ਵਾਕਈ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹਾਂ। ਮੈਂ ਵੱਡਾ ਵਾਂ ਕਿ 2-4 ਬਿਜ਼ਨਸਮੈਨ ਨੇ ਉਹ ਵੱਡੇ ਨੇ, ਕਿ ਉਹ ਮੈਨੂੰ ਚਲਾਉਂਦੇ ਨੇ ਕਿ ਮੈਂ ਦੇਸ਼ ਯਾਨੀ ਕਿ ਉਹਨਾਂ ਨੂੰ ਚਲਾਉਣਾ ਵਾ। ਠੀਕ ਹੈ? ਜਦੋਂ ਉਹਨਾਂ ਨੂੰ ਇਹ ਕਲੈਰੀਫਾਈ ਹੋ ਗਿਆ ਦਿਮਾਗ 'ਚ, ਤਾਂ ਅਸੀਂ ਆਪਣੇ ਆਪ ਅੱਗੇ ਵਧਣਾ ਸ਼ੁਰੂ ਕਰ ਦਾਂਗੇ। ਸਾਡੇ ਦਿਮਾਗ 'ਚੋਂ ਕਰਪਸ਼ਨ ਖਤਮ ਹੋ ਜੂਗੀ। ਹੁਣ ਮੈਂ ਤੁਹਾਨੂੰ ਜਿਵੇਂ ਕਿਹਾ ਕਿ ਮੇਰੇ ਕੋਲ ਆਈਡੀਆਜ਼ ਨੇ, ਆਮ ਵੈਰੀ ਵੈਲ ਐਜੂਕੇਟਿਡ। ਠੀਕ ਹੈ ਜੀ? ਅਸੀਂ ਕਿਉਂ ਨਾ ਕੋਸ਼ਿਸ਼ ਕਰੀਏ ਆਪਣੇ ਦੇਸ਼ ਨੂੰ ਕੁਝ ਅੱਗੇ ਵਧਾਉਣ ਦੇ ਵਿੱਚ, ਆਪਣੇ ਸੁਸਾਇਟੀ ਵਿੱਚ ਜਿਹੜੇ ਗਰੀਬ ਤਬਕਾ ਉਹਨਾਂ ਨੂੰ ਹੈਲਪ ਕਰੀਏ ਤਾਂ ਕਿ ਉਹ ਰੋਜ਼ਗਾਰ ਲੱਭ ਸਕਣ। ਜਿਵੇਂ ਕਿ ਕਰਪਸ਼ਨ ਕਿਵੇਂ ਖਤਮ ਕਰੀਏ, ਪਹਿਲੀ ਗੱਲ। ਹੁਣ ਦੇਖੋ, ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਜਾਂ ਜੋ ਵੀ ਮੰਤਰੀ ਸਾਡੇ ਹੈਗੇ ਨੇ, ਉਹਨਾਂ ਨੂੰ ਚਾਹੀਦਾ ਕਿ ਰੂਮ ਜਿਹੜਾ ਉਹਨਾਂ ਦਾ, ਜਿਵੇਂ ਕਿ PMO ਪ੍ਰਾਈਮ ਮਿਨਿਸਟਰਸ ਆਫਿਸ ਹੁੰਦਾ ਵਾ, ਉੱਥੇ ਪ੍ਰੋਜੈਕਟਰ ਲਾਉਣ, ਰੋਜ਼ 1 ਘੰਟਾ ਤੁਹਾਡੇ ਵਰਗੇ ਨਿਊਜ਼ ਚੈਨਲ ਜਿਹੜੇ ਕਿ ਟੈਲੈਂਟ ਨੂੰ ਸ਼ੋਅ ਕਰਦੇ ਨੇ, ਜਾਂ ਜਿੰਨਾ ਅਨਿਆਏ ਹੋ ਰਿਹਾ ਦੇਸ਼ ਦੇ ਵਿੱਚ ਉਹਨੂੰ ਸ਼ੋਅ ਕਰਦੇ। ਕਿਸੇ ਕੁੜੀ ਦਾ ਰੇਪ ਹੋ ਗਿਆ, ਅਜੇ ਤੱਕ ਨਹੀਂ ਫੜੀ ਗਈ, ਪੁਲਿਸ ਨੇ ਅਜੇ ਤੱਕ ਉਹਨੂੰ ਜਿਹੜਾ ਅਪਰਾਧੀ ਉਹਨੂੰ ਨਹੀਂ ਫੜਿਆ। ਕਿਸੇ ਦਾ ਕਤਲ ਹੋ ਗਿਆ, ਉਹ ਅਜੇ ਤੱਕ ਫੜਿਆ ਨਹੀਂ ਗਿਆ। ਪੁਲਿਸ ਕਿਸੇ ਚੀਜ਼ ਵਿੱਚ ਰਿਸ਼ਵਤ ਮੰਗਦੀ ਆ। ਕਈ ਚੰਗੇ ਵੀ ਹੁੰਦੇ ਨੇ ਪੁਲਿਸ ਵਾਲੇ, ਸਾਰੇ ਮਾੜੇ ਨਹੀਂ ਹੁੰਦੇ। ਕਿਉਂ ਨਹੀਂ ਉਹ ਮੰਤਰੀ ਰੋਜ਼ 1 ਘੰਟਾ ਪ੍ਰੋਜੈਕਟਰ 'ਤੇ ਬੈਠ ਕੇ ਦੇਖਦੇ ਸਾਡੇ ਦੇਸ਼ ਦੀਆਂ ਪ੍ਰੋਬਲਮਸ ਕੀ ਨੇ? 10 ਬੰਦਿਆਂ ਦੀ ਟੀਮ ਕਾਲ ਸੈਂਟਰ ਦੇ ਉੱਤੇ ਬਣਾ, 10 ਬੰਦੇ ਬੈਠੇ ਹੁਣ, ਫੋਨ ਅਟੈਂਡ ਕਰਨ ਲਈ, ਫੋਨ ਨੰਬਰ ਦੇਣ ਕਿ ਅੱਧੀ ਰਾਤ ਨੂੰ ਵੀ, ਜਿਵੇਂ ਕਿ ਤੁਸੀਂ ਕਈ ਵਾਰ ਨਿਊਜ਼ ਦੇਖਿਆ ਕਿ ਅੱਧੀ ਰਾਤ ਨੂੰ ਬੰਦਾ ਸੁੱਤਾ ਹੁੰਦਾ, ਘਰੇ ਦੁਕਾਨ 'ਤੇ ਆ ਕੇ ਕੋਈ ਮਾਫੀਆ ਵਾਲੇ, ਭੂ ਮਾਫੀਆ ਵਾਲੇ ਕਬਜ਼ਾ ਕਰ ਬੈਠਦੇ ਨੇ। ਠੀਕ ਹੈ ਜੀ? ਅਤੇ ਉਹ ਬੈਠੇ ਉੱਥੇ, ਉਹਨੂੰ ਲੱਗਦਾ ਕਿ ਭਾਈ ਆਹ ਨਿਊਜ਼ ਦੇਖੋ ਸਾਡੀਆਂ ਕੈਨੇਡਾ ਅਮਰੀਕਾ ਪਹੁੰਚ ਜਾਂਦੀਆਂ ਅਤੇ ਦਿੱਲੀ ਤੱਕ ਨਹੀਂ ਪਹੁੰਚ ਸਕਦੀਆਂ। ਨੀਅਤ ਹੋਣੀ ਚਾਹੀਦੀ ਵੀਰੇ। ਅਤੇ ਉਹ ਚਾਹਣ ਵੀ ਇੱਥੇ ਪੁਲਿਸ ਨਹੀਂ ਸੁਣਦੀ, ਡਾਇਰੈਕਟ ਉਸ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਦੇ ਨੂੰ ਜਿਹੜਾ ਇੰਸਪੈਕਟਰ ਆ ਬੰਦਾ, ਉਹਨੂੰ ਫੋਨ ਕਰਨ ਕਿ ਭਾਈ ਹਾਂ ਵੀ ਪ੍ਰੋਬਲਮ ਆ ਰਹੀ ਆ, ਕਿਉਂ ਆ ਰਹੀ ਹੈ, ਤੇਰਾ ਕੇਸ ਕਿਉਂ ਨਹੀਂ ਸੋਲਵ ਹੋਇਆ, ਆ ਕਬਜ਼ਾ ਹੋ ਗਿਆ, ਅਜੇ ਤੱਕ ਕਿਉਂ ਨਹੀਂ ਕਬਜ਼ਾ ਛੁਡਾ ਸਕੇ, ਕਿਵੇਂ ਹੋ ਗਿਆ। 1 ਹਫ਼ਤਾ ਲਗਾਤਾਰ ਇੱਦਾਂ ਜਦੋਂ ਪੁਲਿਸ ਵਾਲਿਆਂ ਨੂੰ, ਪ੍ਰਸ਼ਾਸਨ ਵਾਲਿਆਂ ਨੂੰ ਜਾਂ ਲੋਕਾਂ ਨੂੰ ਜਿਹੜੇ ਫਰਾਡ ਕਰਦੇ ਨੇ, ਉਹਨਾਂ ਨੂੰ ਫੋਨ ਆਉਣੇ ਸ਼ੁਰੂ ਹੋ ਗਏ ਨੇ ਵੀਰੇ, ਤਾਂ 10 ਮਿੰਟ ਲੱਗਣੇ ਹੈ। 10 ਮਿੰਟ ਲੱਗਣੇ ਨੇ ਕਿ ਸਭ ਦਾ ਦਿਮਾਗ ਬਦਲ ਜਾਣਗੇ। ਭਾਈ ਆਹ ਕੰਮ ਨਹੀਂ ਆਪਾਂ ਮਾੜਾ ਕਰਨਾ, ਮੋਦੀ ਸਾਹਿਬ ਦਾ ਫੋਨ ਆਣਾ, ਉੱਤੋਂ ਕੈਪਟਨ ਸਾਹਿਬ ਦਾ ਫੋਨ ਆਣਾ, ਤਾਂ ਮਿੰਟ 2 ਲੱਗਣੇ ਸਾਨੂੰ ਜੇਲ੍ਹ 'ਚ ਭੇਜਣ ਨੂੰ। ਕਰਪਸ਼ਨ ਆਟੋਮੈਟਿਕਲੀ ਸਰ 1 ਮਹੀਨੇ ਦੇ ਵਿੱਚ ਖਤਮ ਹੋ ਜਾਣੀ ਆ। ਠੀਕ ਹੈ? ਹੋਰ ਗੱਲ ਦੱਸੋ, ਨਾਲ ਤੁਹਾਡੇ ਭਾਈ ਸਾਹਿਬ ਨੇ। ਜੀ ਸਰ, ਇੱਕ ਹੋਰ ਪੁਆਇੰਟ ਮੈਂ ਐਡ ਕਰਨਾ ਚਾਹੁੰਦਾ। ਜਿਵੇਂ ਕਿ 2012 ਵਿੱਚ ਦਿੱਲੀ ਵਿੱਚ ਕੁੜੀ ਦੇ ਨਾਲ ਬੜੀ ਬੇਰਹਿਮੀ ਦੇ ਨਾਲ ਬਲਾਤਕਾਰ ਹੋਇਆ, ਕਿ ਪ੍ਰਸ਼ਾਸਨ ਸੁੱਤਾ ਪਿਆ ਸੀ, ਉਦੋਂ ਮੋਦੀ ਉਹਨਾਂ ਨੂੰ ਯਾਦ ਨਹੀਂ ਆਇਆ ਕਿ ਸਾਡੇ ਦੇਸ਼ ਦੀ ਕੁੜੀ ਆ। ਹੁਣ ਸਪੋਜ਼ ਕਰੋ ਇਹੀ ਬਲਾਤਕਾਰ ਹੈ ਨਹੀਂ ਸੀ ਮੋਦੀ ਸਾਹਿਬ ਦੀ। ਨਹੀਂ, ਮੋਦੀ ਸਾਹਿਬ ਜੀ ਕਿਤੇ ਨਾ ਕਿਤੇ ਸੀਗੇ ਸਰ, ਗੁਜਰਾਤ ਵਿੱਚ ਸੀਗੇ, ਕਿ ਉਹਨਾਂ ਦਾ ਗੁਜਰਾਤ ਵਿੱਚ ਕੀ ਗੁਜਰਾਤੀਆਂ ਦੀ ਹੈਲਪ ਕਰਨਗੇ, ਕਿਸੇ ਹੋਰ ਦੀ ਨਹੀਂ ਕਰ ਸਕਦੇ? ਕਿ ਦੇਸ਼ ਦੇ ਜਿੰਨੇ ਨੌਜਵਾਨ ਨੇ, ਭੈਣ ਭਰਾ, ਦੇਸ਼ ਵਾਸੀ ਨੇ, ਉਹਨਾਂ ਦੇ ਦੇਸ਼ ਵਾਸੀ ਨਹੀਂ, ਇਕੱਲੇ ਗੁਜਰਾਤੀ ਉਹਨਾਂ ਦੇ ਸੀਗੇ, ਅਸੀਂ ਵੀ ਉਹਨਾਂ ਦੇ ਸੀਗੇ, ਉਹ ਵੀ ਸਾਡੇ ਸੀਗੇ। ਜਿਵੇਂ ਉਹ ਲੜਕੀ ਦੇ ਨਾਲ ਬਲਾਤਕਾਰ ਹੋਇਆ ਨੇ ਗੰਦੇ ਤਰੀਕੇ ਨਾਲ, ਤਾਂ ਇੰਨਾ ਟਾਈਮ ਲੱਗ ਗਿਆ ਇਨਸਾਫ ਮਿਲਣ ਦੇ ਲਈ, ਚੋਰਾਂ ਨੂੰ, ਉਹ ਜਿਹੜੇ ਬਲਾਤਕਾਰੀਆਂ ਨੂੰ ਫੜਨ ਦੇ ਲਈ। ਤੁਹਾਨੂੰ ਲੱਗਦਾ ਕਦੇ ਇਹ ਬਲਾਤਕਾਰ ਕਿਸੇ ਅੰਬਾਨੀ ਅਡਾਨੀ ਦੀ ਕੁੜੀ ਨਾਲ ਹੁੰਦਾ ਤਾਂ ਇਹੀ ਕਰਨਾ ਪੈਣਾ ਸੀ? ਸਾਨੂੰ ਸਾਰਾ ਕੁਝ ਇਹੀ ਕਰਨਾ ਪੈਣਾ ਸੀ? ਪੁਲਿਸ ਨਾਕਾਮ ਹੋ ਜਾਂਦੀ ਰੇਪਿਸਟ ਨੂੰ ਲੱਭਣ ਦੇ ਵਿੱਚ? ਨਹੀਂ। ਫਿਰ ਇੱਧਰੋਂ ਮੁੱਖ ਮੰਤਰੀ ਦਾ, ਪ੍ਰਧਾਨ ਮੰਤਰੀ ਦਾ ਫੋਨ ਜਾਣਾ ਸੀ ਪੁਲਿਸ ਵਾਲਿਆਂ ਨੂੰ ਕਿ ਵੀ ਅੱਧੇ ਘੰਟੇ ਦਾ ਟਾਈਮ ਦੇ ਰਿਹਾ ਵਾਂ, ਅਪਰਾਧੀ ਸਾਰੇ ਦੇ ਸਾਰੇ ਜੇਲ੍ਹ ਦੇ ਪਿੱਛੇ ਹੋਣੇ ਚਾਹੀਦੇ ਨੇ, ਤਾਂ ਉਹਨਾਂ ਨੂੰ ਡਾਇਰੈਕਟ ਫਾਂਸੀ ਦੀ ਸਜ਼ਾ ਦਿਓ, ਨਵੇਂ ਕਾਨੂੰਨ ਬਣ ਜਾਣੇ ਸੀ। ਇਸ ਤਰ੍ਹਾਂ ਮੇਰਾ ਇੱਕ ਮੈਸੇਜ ਆ ਸਾਰੇ ਪੋਲੀਟੀਕਲ ਲੀਡਰਸ ਨੂੰ ਕਿ ਜਿਵੇਂ ਕਿ ਜਿਹੜੀ ਵੈਲਿਊ ਅਡਾਨੀ ਅੰਬਾਨੀ ਦੀ ਬੇਟੀਆਂ ਨੂੰ ਜਾਂ ਬੱਚਿਆਂ ਨੂੰ ਦਿੱਤਾ ਜਾਂਦਾ, ਉਹੀ ਸਾਡੇ ਦੇਸ਼ ਦੇ ਹਰ ਇੱਕ ਨੌਜਵਾਨ ਨੂੰ, ਕੁੜੀ ਨੂੰ, ਮੁੰਡੇ ਨੂੰ, ਧੀਆਂ ਨੂੰ ਦਿੱਤਾ ਜਾਵੇ, ਤਾਂ ਜੋ ਉਹਨਾਂ ਦੇ ਨਾਲ ਰੇਪ ਨਾ ਹੋਣ, ਉਹਨਾਂ ਦੇ ਨਾਲ ਕੋਈ ਨਾਇਨਸਾਫੀ ਨਾ ਹੋਵੇ। ਤੁਹਾਡੇ ਭਾਈ ਸਾਹਿਬ ਨੇ ਨਾਲ? ਜੀ ਸਰ, ਇਹ ਮੇਰਾ ਬ੍ਰਦਰ ਆ। ਐਕਚੁਅਲੀ ਦ ਥਿੰਗ ਇਜ਼, ਅਸੀਂ ਆਪਣੇ ਦੇਸ਼ ਨੂੰ ਉੱਪਰ ਚੱਕਣ ਦੇ ਲਈ ਕੁਛ ਨਾ ਕੁਛ ਨਵਾਂ ਕਰਨ ਦੇ ਸ਼ੌਕੀਨ ਆ, ਜਾਂ ਕਹਿ ਦਿਓ ਕੋਸ਼ਿਸ਼ ਕਰਦੇ ਰਹੀਦੇ ਆ ਜੀ। ਇੰਨਾ ਹੀ 'ਚ ਵੀ ਲੱਗਦਾ ਕੋਈ ਟੈਲੈਂਟ ਤੁਹਾਡੇ ਵਾਂਗ ਹੋਣਾ? ਜੀ ਸਰ, ਜ਼ਰੂਰ।
ਇਹਨਾਂ ਨੇ ਐਕਚੁਅਲੀ ਫਲਾਈਂਗ ਮਸ਼ੀਨ ਤਿਆਰ ਕੀਤੀ ਸੀ, ਜਿਹੜਾ ਕਿ ਆਲਮੋਸਟ ਵਰਲਡ ਰਿਕਾਰਡ ਸੈੱਟ ਕਰ ਲਿਆ ਸੀ ਇਹਨਾਂ ਨੇ। 99% ਉਹ ਕੰਮ ਮੁਕੰਮਲ ਹੋ ਗਿਆ ਸੀਗਾ, ਬਟ ਐਂਡ 'ਤੇ ਆ ਗਈ ਫਾਈਨੈਂਸ਼ੀਅਲ ਪ੍ਰੋਬਲਮ, ਉਹਦੀ ਵਜ੍ਹਾ ਨਾਲ ਫਿਰ ਉਹ ਕੰਮ ਅਧੂਰਾ ਰਹਿ ਗਿਆ। ਅਦਰਵਾਈਜ਼ ਅਸੀਂ ਇੱਕ ਹੋਰ ਵਰਲਡ ਰਿਕਾਰਡ ਸੈੱਟ ਕਰ ਦੇਣਾ ਸੀ। ਤੇ ਸਾਨੂੰ ਚਾਹੀਦਾ, ਜੇ ਤੁਹਾਡੇ ਕੋਲ ਦਿਮਾਗ ਰੱਬ ਨੇ ਦਿੱਤਾ ਤਾਂ ਉਹਨੂੰ ਸਹੀ ਪਾਸੇ ਲਾਈਏ, ਸਹੀ ਪਾਸੇ ਲਾ ਕੇ ਆਪਣੀ ਫੈਮਿਲੀ ਦਾ, ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ, ਨਾ ਕਿ ਉਹਨੂੰ ਅਸੀਂ ਲੀਡਰਾਂ ਦੇ ਪਿੱਛੇ ਲੱਗ ਕੇ ਇੱਕ ਦੂਸਰੇ ਨਾਲ ਧਰਮ ਦੇ ਨਾਮ 'ਤੇ ਲੜਾਈਆਂ ਝਗੜੇ ਕਰੀਏ। ਰੱਬ ਨੇ ਤੁਹਾਨੂੰ ਵੀ ਨਾ ਦਿਮਾਗ ਦਿੱਤਾ, ਲੀਡਰਾਂ ਨੂੰ ਦਿੱਤਾ, ਬਹੁਤ ਤੁਹਾਨੂੰ ਪਜ਼ਲ ਕਰਨ ਦੀ ਕੋਸ਼ਿਸ਼ ਕਰਦੇ ਆ ਧਰਮ ਦੇ ਨਾਮ 'ਤੇ, ਕਦੇ ਪੈਸੇ ਦੇ ਨਾਮ 'ਤੇ, ਜਿਹੜਾ ਤੁਸੀਂ ਨਹੀਂ ਹੋਣ ਦੇਣਾ। ਠੀਕ ਹੈ, ਆਪਣੇ ਟੈਲੈਂਟ ਨੂੰ ਪਹਿਚਾਨਣਾ। ਭਾਈ ਸਾਹਿਬ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ, ਵੈਸੇ ਹੀ ਸ਼ੌਂਕ ਸੀਗਾ? ਜੀ ਸਰ, ਵੈਸੇ ਹੀ ਸ਼ੌਂਕ ਸੀਗਾ ਸਰ। ਬਸ ਤੁਹਾਨੂੰ ਦੱਸਿਆ ਨਾ ਕਿ ਇੱਕ ਜਜ਼ਬਾ ਤੁਹਾਡਾ ਸ਼ੌਂਕ ਹੈ, ਤਾਂ ਉਹਨੂੰ ਕੋਈ ਨਹੀਂ ਰੋਕ ਸਕਦਾ। ਠੀਕ ਹੈ, ਇਸ ਤਰ੍ਹਾਂ ਹੀ। ਭਾਈ ਗਰਮੀ 'ਚ ਵੈਸੇ ਵੁਲਨ ਟੋਪੀ ਪਾਈ ਹੋਈ ਹੈ, ਕੀ ਗੱਲ? ਐਕਚੁਅਲੀ ਜਿਹੜੀ ਚੀਜ਼ ਤੁਸੀਂ ਲਾਈਕ ਕਰਦੇ ਹੋ ਉਹ ਗਰਮੀ ਸਰਦੀ ਨਾਲ ਮੈਟਰ ਨਹੀਂ ਰੱਖਦੀ। ਓਕੇ ਸਰ, ਜਿਵੇਂ ਹੁਣ ਆਪਾਂ ਪਹਿਲਾਂ ਮੈਂ ਪੱਗ ਵੀ ਬੰਨ੍ਹਦਾ ਰਿਹਾ ਥੋੜ੍ਹਾ ਟਾਈਮ ਲਈ, ਅਤੇ ਉਹ 'ਚ ਵੀ ਆਪਾਂ ਇਹ ਫੀਲ ਕਰ ਸਕਦੇ ਹਾਂ ਗਰਮੀ ਸਰਦੀ ਕੁਛ ਵੀ ਆਪਾਂ ਇਹ ਚੀਜ਼ ਮੈਟਰ ਨਹੀਂ ਰੱਖਦੀ। ਠੀਕ ਹੈ ਜੀ, ਅਤੇ ਬਸ ਇਹਦਾ ਮੇਰੇ ਲਈ ਕੋਈ ਇੱਦਾਂ ਦੀ ਖਾਸ ਗੱਲ ਨਹੀਂ ਹੈਗੀ ਬੋਲਣਾ। ਜੇ ਵੈਸੇ ਕੰਫਰਟੇਬਲ ਹੈ, ਮੈਨੂੰ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈ। ਸ਼ੌਂਕ ਹੈ? ਹਾਂਜੀ ਸ਼ੌਂਕ ਹੈ। ਐਂਡ 'ਤੇ ਗੱਲ ਮੁੱਕਦੀ ਹੈ ਸ਼ੌਂਕ 'ਤੇ। ਹੁਣ ਮਨ ਨਹੀਂ ਕਰਦਾ ਵੀ ਫੋਰਨ ਜਾਈਏ ਇੱਕ ਵਾਰੀ? ਦੁਬਈ ਤੋਂ ਬਾਅਦ ਲੋਕ ਕੈਨੇਡਾ ਜਾਂਦੇ, ਅਮਰੀਕਾ ਜਾਂਦੇ, ਤੁਹਾਡਾ ਹੁਣ ਮਨ ਨਹੀਂ ਕਰਦਾ ਵੀ ਚਲੇ ਜਾਈਏ ਹੁਣ ਬਾਹਰ? ਸਰ ਐਕਚੁਅਲੀ ਤਾਂ ਦੇਖिए इसके ਮੈਂ ਬਾਹਰ ਦੇਖ ਲਿਆ ਹੋਇਆ, ਉੱਥੇ ਵੀ ਮਿਹਨਤ ਕਰਨੀ ਪੈਣੀ, ਇੱਥੇ ਵੀ ਕਰਨੀ ਪੈਣੀ ਆ। ਠੀਕ ਹੈ, ਮੁੱਲ ਉੱਥੇ ਵੀ ਤੁਹਾਨੂੰ ਪੈਸੇ ਦਾ ਕਾਫੀ ਅੱਛਾ ਮਿਲਦਾ ਵਾ, ਜਾਣੀ ਕਿ ਤੁਹਾਡੇ ਕੰਮ ਦੀ ਮਿਹਨਤ ਦਾ ਫਲ ਮਿਲਦਾ ਵਾ। ਇੱਥੇ ਨਹੀਂ ਮਿਲਦਾ, ਸਾਡੀ ਸਰਕਾਰਾਂ ਦੀ ਗਲਤੀ ਆ। ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਸਾਡੇ ਨੌਜਵਾਨ ਲੱਖਾਂ ਦੀ ਤਾਦਾਦ ਵਿੱਚ ਹਰ ਸਾਲ ਬਾਹਰ ਕਿਉਂ ਜਾਂਦੇ ਨੇ, ਸਾਡਾ ਟੈਲੈਂਟ ਕਿਉਂ ਬਾਹਰ ਜਾ ਰਿਹਾ, ਉਹਨਾਂ ਨੂੰ ਇੱਥੇ ਰੋਕ ਕੇ ਰੱਖੀਏ, ਤਾਂ ਜੋ ਇੱਥੇ ਸਾਨੂੰ ਹੋਰ ਵੱਡੇ ਵੱਡੇ ਕੰਮ ਕਰਨ ਦੇ ਮੌਕੇ ਦਿੱਤੇ ਜਾਣ, ਤਾਂ ਜੋ ਅਸੀਂ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕੀਏ। ਠੀਕ ਹੈ, ਜੇ ਮੈਂ ਉੱਥੇ ਵੀ ਜਾਊਂਗਾ, ਉੱਥੇ ਮੈਨੂੰ ਕਿਸੇ ਨੇ ਪ੍ਰਾਈਮ ਮਿਨਿਸਟਰ ਦਾ ਬਣਾ ਨਹੀਂ ਦੇਣਾ, ਉੱਥੇ ਵੀ ਕੰਮ ਕਰਨਾ ਹੀ ਪੈਣਾ। ਇਟਸ ਬੈਟਰ ਆ ਕਿ ਕਿਸੇ ਦੀ ਗਾਲਾਂ ਸੁਣ ਕੇ ਕੰਮ ਕਰਾਂਗੇ, ਆਪਣਾ ਕੰਮ ਕਰ ਲਓ ਸਰ। ਠੀਕ ਹੈ ਜੀ, 2-4 ਪੈਸੇ ਘੱਟ ਬਣ ਜਾਣਗੇ, ਕੋਈ ਵੱਡੀ ਗੱਲ ਨਹੀਂ ਹੈਗੀ। ਅੱਜ ਨਾ ਅਸੀਂ ਕੱਲ੍ਹ ਉੱਪਰ ਵਾਲਾ ਮਿਹਰ ਕਰ ਦੂਗੇ ਤੁਹਾਡੇ। ਬਟ ਤਾਂ ਵੀ ਆਪਣੇ ਕੰਮ 'ਚ ਰਾਜੇ ਯਾਰ। ਜੀ ਸਰ, ਬਿਲਕੁਲ। ਅੱਜ ਤੁਹਾਨੂੰ ਕੋਈ ਰਾਤ ਨੂੰ ਇਹ ਨਹੀਂ ਕਹਿੰਦਾ 12 ਵਜੇ ਫੋਨ ਕਰਕੇ, ਯਾਰ ਈਮੇਲ ਸਹੀ ਨਹੀਂ ਕੀਤੀ, ਯਾਰ ਈਮੇਲ 'ਚ ਗਲਤੀ ਹੋ ਗਈ, ਯਾਰ ਤੂੰ ਕੱਲ੍ਹ ਕੰਮ ਕਰੀ, ਕੱਲ੍ਹ ਤੂੰ ਜਲਦੀ ਆ ਰਹੀ, ਤੁਸੀਂ ਜਾਣਾ ਆਪਣੇ ਰਿਲੇਟਿਵ ਦੇ ਕਿਤੇ, ਯਾਰ ਕੱਲ੍ਹ ਤੂੰ ਜਲਦੀ ਆ ਰਹੀ, ਛੁੱਟੀ ਨਹੀਂ ਕਰ ਸਕਦਾ ਤੂੰ। ਨਹੀਂ। ਤਾਂ ਇਸ ਕਰਕੇ ਇਹ ਹੈ ਤਾਂ ਗੁਲਾਮੀ ਸਰ। ਜੇ ਮੈਂ ਤੁਹਾਨੂੰ ਕਹਾਂ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਸੋਨੇ ਦੀਆਂ ਸਲਾਖਾਂ ਵਿੱਚ ਰੱਖਾਂਗਾ ਗੁਲਾਮ ਬਣਾ ਕੇ, ਅਤੇ ਸੋਨੇ ਦੀ ਥਾਲੀ ਵਿੱਚ ਖਾਣਾ ਪਰੋਸ ਕੇ ਦੇਵਾਂਗੇ, ਤੁਸੀਂ ਆ ਜਾਓਗੇ? ਬਿਲਕੁਲ ਨਹੀਂ ਸਰ। ਸੇਮ ਕੇਸ ਹੀਅਰ, ਇੱਥੇ ਵੀ ਉਹੀ ਗੱਲ ਹੈ ਸਰ। ਆਪਣੇ ਆਪ ਦੇ ਟੈਲੈਂਟ ਨੂੰ ਪਹਿਚਾਨੋ। ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਸਪੈਸ਼ਲੀ ਬਹੁਤ ਟੈਲੈਂਟ ਆ, ਸਾਨੂੰ ਪਹਿਚਾਨਣ ਦੀ ਲੋੜ ਆ, ਸਾਨੂੰ ਜਾਗਣ ਦੀ ਲੋੜ ਆ। ਠੀਕ ਹੈ, ਸਾਨੂੰ ਚਾਹੀਦਾ ਲੀਡਰਾਂ ਦੇ ਪਿੱਛੇ ਨਾ ਲੱਗ ਕੇ ਆਪਣੇ ਟੈਲੈਂਟ ਨੂੰ ਪਹਿਚਾਨੋ, ਆਪਣਾ ਇੰਡੀਪੈਂਡੈਂਟ ਇੰਡੀਆ ਅਲੱਗ ਬਣਾਓ। ਇੰਡੀਪੈਂਡੈਂਟ ਇੰਡੀਆ ਦੇ ਨਾਲ ਸਕਿਲਡ ਇੰਡੀਆ ਜੋ ਹੈ ਉਹ ਬਣਾਓ। ਆਪਣੇ ਸਕਿੱਲਸ ਨੂੰ ਯੂਟਿਲਾਈਜ਼ ਕਰੋ, ਇਸਤੇਮਾਲ ਕਰੋ, ਤਾਂ ਜੋ ਕਿਸੇ ਦਾ ਲਾਈਫ ਸਟੈਂਡਰਡ ਜਿਹੜਾ ਹੈ, ਲਾਈਫ ਦਾ ਸਟੈਂਡਰਡ ਹੈ, ਉਹ ਉੱਚਾ ਉੱਠ ਸਕੇ। ਸੁਸ਼ੀਲ, ਮੈਨੂੰ ਇੱਕ ਗੱਲ ਦੱਸੋ ਵੀ ਜਿਵੇਂ ਤੁਸੀਂ ਸ਼ੁਰੂਆਤ 'ਚ ਕਿਹਾ ਸੀਗਾ ਮੈਂ ਹਿੰਦੀ ਮੀਡੀਅਮ 'ਚ ਪੜ੍ਹਿਆ, ਸ਼ੁਰੂਆਤ ਜਦੋਂ ਬੰਬੇ ਜਾਂਦੇ ਹੋ, ਪਹਿਲਾਂ ਇੰਟਰਵਿਊ ਦਿੰਦੇ ਹੋ, ਉਹ ਕੀ ਸਾਰਾ ਸਿਨੈਰੀਓ ਹੁੰਦਾ ਜਿਹੜਾ ਦੱਸੋ? ਕਿਉਂਕਿ ਪਹਿਲਾਂ ਤਾਂ ਮਾੜੀ ਜਿਹੀ ਘਬਰਾਹਟ ਹੁੰਦੀ ਹੋਏਗੀ। ਸਰ ਗੱਲ ਘਬਰਾਹਟ ਦੀ ਨਹੀਂ ਹੁੰਦੀ, ਗੱਲ ਹੁੰਦੀ ਆਉਣ ਦੀ ਜਾਂ ਨਾ ਆਉਣ ਦੀ। ਅਗਰ ਤੁਹਾਨੂੰ ਪਤਾ ਕਿ ਤੁਹਾਡੇ ਕੋਲ ਕੀ ਟੌਪਿਕ ਆ ਬੋਲਣਾ, ਦੇਖੋ 2 ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦੀ ਨੌਲੇਜ, ਦੂਸਰੀ ਹੁੰਦੀ ਲੈਂਗੁਏਜ। ਪਹਿਲੀ ਇੰਟਰਵਿਊ ਕਿੱਦਾਂ ਦੀ ਸੀ? ਜੀ ਦੇਖੋ, ਪਹਿਲੇ ਇੰਟਰਵਿਊ ਦੇ ਵਿੱਚ ਮੈਨੂੰ ਨੌਲੇਜ ਸੀਗੀ, ਬਟ ਲੈਂਗੁਏਜ ਨਹੀਂ ਆਉਂਦੀ ਸੀਗੀ, ਸਿੱਧੀ ਜੀ ਗੱਲ ਆ। ਬੰਬੇ ਗਿਆ ਮੈਨੂੰ ਰਿਲਾਇੰਸ ਵਾਲੇ HR ਮੈਡਮ ਨੇ ਇੰਟਰਵਿਊ ਲਿੱਤੀ, 8-10 ਹਜ਼ਾਰ 12 ਹਜ਼ਾਰ ਦੀ ਜੋਬ ਹੋਣੀ ਕੋਈ, ਉਹਨਾਂ ਨੇ ਇੰਟਰਵਿਊ ਤੋਂ ਮੈਨੂੰ ਰਿਜੈਕਟ ਕਰ ਦਿੱਤਾ। ਮੈਂ ਬੜਾ ਮਾਯੂਸ ਹੋਇਆ, ਬਟ ਮੈਂ ਹੌਸਲਾ ਨਹੀਂ ਛੱਡਿਆ। ਮੈਂ ਕਿਹਾ ਯਾਰ ਦੇਖਦੇ ਹਾਂ ਪ੍ਰੋਬਲਮ ਕੀ ਆ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਡਮ ਮੈਨੂੰ ਇੱਕ ਵਾਰੀ ਨਾ ਰੀਜ਼ਨ ਦੱਸ ਦਿਓ ਕੀ ਪ੍ਰੋਬਲਮ ਆ। ਕਹਿੰਦੇ ਯਾਰ ਤੇਰੇ ਗ੍ਰਾਮੈਟੀਕਲ ਮਿਸਟੇਕਸ ਬਹੁਤ ਨੇ, ਤੈਨੂੰ ਇੰਗਲਿਸ਼ ਇੰਨੀ ਵਧੀਆ ਆਉਂਦੀ ਨਹੀਂ, ਸੈਂਟੈਂਸ ਮੇਕਿੰਗ 'ਚ ਪ੍ਰੋਬਲਮ। ਮੈਂ ਕਿਹਾ ਠੀਕ ਹੈ ਚਲੋ। ਮੈਂ ਜਿਵੇਂ ਤੁਹਾਨੂੰ ਪਤਾ ਪੰਜਾਬੀਆਂ ਦੇ ਹੌਸਲੇ ਤਾਂ ਬੁਲੰਦ ਹੁੰਦੇ ਨੇ, ਜਿੱਥੇ ਮਰਜ਼ੀ ਖੜ੍ਹ ਜਾਣ। ਮੈਂ ਕਿਹਾ ਮੈਡਮ ਕੋਈ ਦਿੱਕਤ ਨਹੀਂ, ਅਗਲੇ ਹਫਤੇ, ਉਹ ਹਰ ਹਫਤੇ ਆਉਂਦੇ ਸੀ ਇੰਟਰਵਿਊ ਲੈਣਾ। ਮੈਂ ਕਿਹਾ ਮੈਡਮ ਕੋਈ ਨਹੀਂ, ਅਗਲੇ ਹਫਤੇ ਮਿਲਦਾ ਤੁਹਾਨੂੰ ਜ਼ਰੂਰ, ਅਤੇ ਮੈਂ ਹੀ ਪਹਿਲਾ ਬੰਦਾ ਹੋਊਗਾ ਜਿਹਨੂੰ ਤੁਸੀਂ ਸਿਲੈਕਟ ਕਰੋਗੇ। ਉਹਨੇ ਕਿਹਾ ਤੇਰਾ ਕੌਨਫੀਡੈਂਸ ਬਹੁਤ ਅੱਛਾ, ਦੇਖਦੇ ਹਾਂ ਤੂੰ ਕੀ ਕਰਦਾ। ਮੈਂ ਕਿਤੇ ਉੱਥੋਂ ਬੰਬੇ ਦੇ ਵਿੱਚ ਕਿਸੇ ਦੀ ਦਾਦਰ ਵਿੱਚ ਰਹਿੰਦਾ ਸੀ, ਅਤੇ ਗ੍ਰਾਮਰ ਪੜ੍ਹੀ ਸਟੂਡੈਂਟ ਦੀ ਕਿਸੇ ਦੀ, ਉਹ ਗ੍ਰਾਮਰ ਪੜ੍ਹੀ ਹਫਤੇ ਬਾਅਦ ਮੈਂ ਉੱਥੇ ਗਿਆ ਤਾਂ ਉਵੇਂ ਹੀ ਹੋਇਆ ਜਿਵੇਂ ਮੈਂ ਕਿਹਾ ਸੀਗਾ। ਪਹਿਲਾ ਸਿਲੈਕਸ਼ਨ ਮੇਰਾ ਹੋਇਆ, ਅਤੇ ਮੈਡਮ ਨੇ ਕਿਹਾ ਕੰਗਰੈਚੁਲੇਸ਼ਨਸ, ਤੂੰ ਮਿਹਨਤੀ ਮੁੰਡਾ ਵਾ, ਅਤੇ ਵਾਕਈ ਜਿਵੇਂ ਕਹਿੰਦੇ ਨੇ ਪੰਜਾਬੀ ਮਿਹਨਤੀ ਹੁੰਦੇ ਨੇ, ਤੂੰ ਕਰਕੇ ਦਿਖਾਤਾ, ਅਤੇ ਅਸੀਂ ਤੈਨੂੰ ਹਾਇਰ ਕਰਦੇ ਹਾਂ। ਮੀਨਵਾਈਲ ਮੈਂ 2 ਇੰਟਰਵਿਊ ਹੋਰ ਦੇ ਚੁੱਕਿਆ ਸੀਗਾ। ਇੱਕ ਸੀਗੀ ICICI ਬੈਂਕ ਵਿੱਚ, ਇੱਕ ਸੀਗੀ ਅਜੈਂਟਾ ਵਿੱਚ, ਵਿਚ ਇਜ਼ ਸੈਕੰਡ ਬਿਗੇਸਟ ਕਾਲ ਸੈਂਟਰ ਇਨ ਇੰਡੀਆ। ਅਤੇ ਮੈਂ ਵਿਪਰੋ 'ਚ ਟਰਾਈ ਕੀਤਾ, ਬਟ ਉੱਥੇ ਗੱਲ ਨਹੀਂ ਬਣੀ। ਉੱਥੇ 100 ਜਾਣੇ ਸੀ ਘੱਟੋ ਘੱਟ ਇੰਟਰਵਿਊ 'ਚ, ਉਹਨਾਂ ਨੇ 100 'ਚੋਂ ਇੱਕ ਬੰਦੇ ਨੂੰ ਸਿਲੈਕਟ ਕੀਤਾ। ਮੈਂ ਕਿਹਾ ਚਲੋ ਫਸਟ ਨਾ ਸੀ, ਸੈਕਿੰਡ ਸਹੀ। ਫਿਰ ਮੈਂ ਅਜੈਂਟਾ 'ਚ ਟਰਾਈ ਕੀਤਾ, ਉੱਥੇ ਮੇਰਾ ਸਿਲੈਕਸ਼ਨ ਹੋ ਗਿਆ। ਤਾਂ ਜਦੋਂ ਫਿਰ HR ਵਾਲੀ ਮੈਡਮ ਜਿਹੜੀ ਸੀ ਰਿਲਾਇੰਸ ਵਾਲੀ, ਉਹਨਾਂ ਨੇ ਮੈਨੂੰ ਆਫਰ ਕੀਤਾ ਜੋਬ। ਮੈਂ ਕਿਹਾ ਮੈਡਮ ਨਹੀਂ, ਹੁਣ ਮੈਨੂੰ ਹੋਰ 2 ਅੱਛੀਆਂ ਜੋਬਸ ਮਿਲ ਸਕੀਆਂ ਨੇ, ਲੇਕਿਨ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਮੈਨੂੰ ਹੈਲਪ ਕੀਤੀ ਮੇਰਾ ਟੈਲੈਂਟ ਪਹਿਚਾਨਣ ਦੇ ਵਿੱਚ। ਇਸ ਤਰ੍ਹਾਂ ਮੇਰਾ ਮੈਸੇਜ ਹੈ ਯੂਥ ਨੂੰ ਕਿ ਤੁਹਾਡੇ ਵਿੱਚ ਬਹੁਤ ਟੈਲੈਂਟ ਹੈ,
ਉਹਨੂੰ ਲੋਕਾਂ ਦੀ ਗੁਲਾਮੀ ਕਰਕੇ ਬਰਬਾਦ ਨਾ ਕਰੋ, ਉਹਨੂੰ ਪਹਿਚਾਨੋ, ਆਪਣੇ ਮਾਂ-ਬਾਪ ਦਾ, ਆਪਣੀ ਕੰਟਰੀ ਦਾ ਨਾਮ ਰੌਸ਼ਨ ਕਰੋ। ਤੇ ਇੱਕ ਰਿਕੁਐਸਟ ਹੋਰ ਆ ਕੇ ਸਾਰੇ ਬੰਦਿਆਂ ਨੂੰ, ਜਿੰਨੇ ਵੀ ਜਵਾਨ ਮੁੰਡੇ ਕੁੜੀਆਂ ਨੇ, ਚਾਹੇ ਜਿਸ ਏਜ ਦੇ ਮਰਜ਼ੀ ਨੇ, ਸਵੇਰੇ ਉੱਠ ਕੇ ਆਪਣੇ ਮਾਂ-ਬਾਪ ਨੂੰ ਹੱਥ ਜੋੜ ਕੇ ਸ਼ੁਕਰੀਆ ਕਰੋ ਕਿ ਤੁਸੀਂ ਇੰਨਾ ਅੱਛਾ ਜੀਵਨ ਮੈਨੂੰ ਦਿੱਤਾ, ਮੇਰੇ ਲਈ ਮਿਹਨਤ ਕਰਦੇ ਹੋ ਦਿਨ ਰਾਤ, ਤੇ ਉਹਨਾਂ ਦੇ ਪੈਰੀ ਹੱਥ ਜ਼ਰੂਰ ਲਾਇਆ ਕਰੋ। ਭਾਵੇਂ ਹਫ਼ਤੇ 'ਚ ਇੱਕ ਵਾਰੀ ਲਾ ਦਿਓ, ਭਾਵੇਂ ਡੇਲੀ, ਜਿਵੇਂ ਤੁਹਾਡਾ ਬਣਦਾ ਉਵੇਂ ਲਾਓ। ਅਗਰ ਤੁਹਾਨੂੰ ਇਹ ਲੱਗਦਾ ਕਿ ਮੈਂ ਬੇਕਾਰ ਬੋਲ ਰਿਹਾ, ਗੱਲ ਨਹੀਂ ਬੋਲਣੀ ਚਾਹੀਦੀ, ਤਾਂ ਤੁਸੀਂ ਇੱਕ ਕੰਮ ਕਰ ਸਕਦੇ ਹੋ। ਜਿੱਥੇ ਤੁਹਾਡੇ ਪੇਰੈਂਟਸ ਜੌਬ ਕਰਦੇ ਨੇ, ਚਾਹੇ ਘਰੇ ਚਾਹੇ ਬਾਹਰ ਆ, ਇੱਕ ਦਿਨ ਉਹਨਾਂ ਨਾਲ ਜਾ ਕੇ ਕੰਮ ਕਰਾ ਕੇ ਵੇਖ ਲਿਓ, ਤੁਹਾਨੂੰ ਆਪੇ ਪਤਾ ਲੱਗ ਜੂ ਕਿ ਤੁਹਾਡੇ ਸ਼ੌਂਕ ਪੂਰੇ ਕਰਨ ਲਈ ਉਹ ਕਿੰਨੀ ਮਿਹਨਤ ਕਰਦੇ ਨੇ। ਧੰਨਵਾਦ ਜੀ ਤੁਹਾਡਾ ਬਹੁਤ 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 ਸ਼ੁਕਰੀਆ ਸਰ। ਲਾਸਟ ਮੈਸੇਜ ਮੈਂ ਕਿਸਾਨਾਂ ਉੱਤੇ ਜ਼ਰੂਰ ਦੇਣਾ ਚਾਹਾਂਗਾ। ਦੇਖੋ ਮੈਂ ਇੱਥੇ ਝੰਡਾ ਵੀ ਲਾਇਆ ਹੋਇਆ, ਤੇ ਹੱਥ ਜੋੜ ਕੇ ਬੇਨਤੀ ਆ ਪੂਰੀ ਦੁਨੀਆ ਨੂੰ ਕਿ ਕਿਸਾਨਾਂ ਨੂੰ ਸਪੋਰਟ ਕਰੋ। ਪ੍ਰੋਬਲਮ ਇਹ ਹੈ ਕਿ ਅਨਿਆਏ ਹੋ ਰਿਹਾ ਸਾਡੇ ਦੇਸ਼ ਵਿੱਚ, ਜਿਹੜੇ ਕਿ ਕਿਸਾਨਾਂ ਨੇ ਉਹਨਾਂ ਨੂੰ ਪਹਿਲਾਂ ਪਹਿਚਾਨ ਲਿਆ, ਤੇ ਅਸੀਂ ਹਰੇ ਪਹਿਚਾਨਣ ਦੇ ਵਿੱਚ ਪਿੱਛੇ ਹਾਂ। ਕਿਸੇ ਮਰਜ਼ੀ ਜ਼ਰੀਏ ਨਾਲ ਕਰੋ, ਲੇਕਿਨ ਉਹਨਾਂ ਦੀ ਹੈਲਪ ਕਰੋ। ਜ਼ਰੀਆ ਮਾਇਨੇ ਨਹੀਂ ਰੱਖਦਾ ਕਿ ਕਿਸ ਜ਼ਰੀਏ ਨਾਲ ਹੈਲਪ ਕੀਤੀ ਜਾ ਰਹੀ ਹੈ, ਹੈਲਪ ਮਾਇਨੇ ਰੱਖਦੀ ਆ, ਉਹ ਕੰਮ ਮਾਇਨੇ ਰੱਖਦਾ ਜਿਹੜਾ ਤੁਸੀਂ ਉਹ ਜ਼ਰੀਆ ਇਸਤੇਮਾਲ ਕਰਕੇ ਕਰਦੇ ਹੋ। ਤੇ ਅਸੀਂ ਅਗਰ ਦਿੱਲੀ ਨਹੀਂ ਜਾ ਸਕਦੇ ਤਾਂ ਹੱਥ ਜੋੜ ਕੇ ਰਿਕੁਐਸਟ ਆ ਕਿ ਮੈਂ ਇੱਥੇ ਝੰਡਾ ਲਾ ਕੇ ਬੈਠਾ, ਤਾਂ ਕਿ ਸਾਰੇ ਮੇਰੇ ਕੋਲ ਦੇਖੋ ਸਾਈਕਲ ਤੋਂ ਲੈ ਕੇ ਨਾ ਮਰਸੀਡੀਜ਼ BMW ਤੱਕ ਕਸਟਮਰ ਆਉਂਦੇ ਨੇ, ਉਹ ਇਹੀ ਪੁੱਛਣਾ ਝੰਡਾ ਕਿਉਂ ਲਾਇਆ। ਮੈਂ ਕਿਹਾ ਮੈਂ ਉਹਨਾਂ ਨੂੰ ਦੱਸਦਾ ਭਾਈ ਕਿਉਂਕਿ ਅਨਿਆਏ ਹੋ ਰਿਹਾ ਕਿਸਾਨਾਂ ਦੇ ਨਾਲ, ਜੋ ਕਿ ਆਪਣੀ ਲੋਕੇਸ਼ਨ ਵੀ ਇੱਕ ਵਾਰੀ ਚੱਜ ਦੇ ਨਾਲ ਜੀ ਇਹ ਜਗਰਾਓਂ ਸ਼ਹਿਰ ਦੀ ਥੋੜ੍ਹਾ ਜਿਹਾ ਬਾਹਰ ਪੈ ਜਾਂਦਾ, ਅਲੀਗੜ੍ਹ ਵਾਲਾ ਪੁਲ ਹੈ, ਇੱਥੇ ਅਲੀਗੜ੍ਹ ਵਾਲੇ ਪੁਲ ਦੇ ਥੱਲੇ ਮੈਂ ਬੈਠਾ ਹੋਇਆ, ਠੀਕ ਹੈ, ਤੇ ਨੀਅਰ ਰਾਜਾ ਢਾਬਾ। ਤੇ ਜੇ ਕਿਸੇ ਨੂੰ ਕੋਈ ਸ਼ੱਕ ਹੈ, ਡਾਊਟ ਹੈ ਕਿ ਕਿਸਾਨ ਐਵੇਂ ਬੇਕਾਰ 'ਚ ਉੱਥੇ ਬੈਠੇ ਹੋਏ ਨੇ, ਉਹਦੇ 'ਤੇ ਮੈਂ ਵੀਡੀਓ ਵੀ ਬਣਾ ਰਿਹਾ ਆਪਣਾ YouTube ਚੈਨਲ 'ਤੇ, ਨਥਿੰਗ ਇਜ਼ ਇੰਪੋਸੀਬਲ ਉੱਤੇ, ਅੱਜ ਜਾਂ ਕੱਲ੍ਹ ਅਪਲੋਡ ਕਰ ਦਾਂਗਾ। ਉਹਦੇ ਵਿੱਚ ਮੈਂ ਡਿਟੇਲ ਨਾਲ ਦੱਸਾਂਗਾ ਕਿ ਕਿਸਾਨ ਕਿਵੇਂ ਸਾਡੇ ਤੋਂ ਅਕਲਮੰਦ ਨੇ, ਜਿਨ੍ਹਾਂ ਨੂੰ ਆਪਾਂ ਭੋਲੇ ਭਾਲੇ ਪੇਂਡੂ ਲੋਕ ਕਹਿ ਦਿੰਦੇ ਹਾਂ, ਉਹ ਸ਼ਹਿਰੀਆਂ ਨਾਲੋਂ ਜ਼ਿਆਦਾ ਅਕਲਮੰਦ ਨੇ। ਇਹਦਾ ਮਤਲਬ ਇਹ ਨਹੀਂ ਕਿ ਸ਼ਹਿਰੀ ਅਕਲਮੰਦ ਨਹੀਂ ਹੁੰਦੇ, ਬਟ ਜਿਹੜੀ ਚੀਜ਼ ਨੂੰ ਪਹਿਚਾਨਣ ਵਿੱਚ ਸ਼ਹਿਰੀ ਲੋਕ ਦੇਰ ਕਰ ਰਹੇ ਨੇ, ਉਸ ਚੀਜ਼ ਨੂੰ ਪੇਂਡੂਆਂ ਨੇ ਯਾਨੀ ਕਿ ਕਿਸਾਨਾਂ ਨੇ ਪਹਿਲਾਂ ਪਹਿਚਾਨ ਲਿਆ। ਅਦਰਵਾਈਜ਼ ਇੱਕ ਦਿਨ ਅਸੀਂ ਸਾਰੇ ਕੰਗਾਲ ਹੋ ਜਾਵਾਂਗੇ, ਸਾਨੂੰ ਹੱਥ ਜੋੜ ਕੇ ਹੱਥ ਵਿੱਚ ਕਟੋਰੇ ਫੜ ਕੇ ਭੀਖ ਮੰਗਣੀ ਪਊਗੀ ਅਗਰ ਇਹੀ ਚੱਲਦਾ ਰਿਹਾ। ਤੇ ਕਿਸਾਨ ਪੂਰੀ ਜ਼ੋਰ ਸ਼ੋਰ ਨਾਲ ਕੋਸ਼ਿਸ਼ ਕਰ ਰਹੇ ਨੇ ਕਿ ਇਸ ਚੀਜ਼ ਨੂੰ ਰੋਕਿਆ ਜਾਵੇ, ਤੇ ਸਾਨੂੰ ਜਿੱਦਾਂ ਵੀ ਕਰਕੇ ਜਿਹੜਾ ਵੀ ਜ਼ਰੀਆ ਹੈ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ। ਸੋ ਜਿਵੇਂ ਕਿ ਸੁਸ਼ੀਲ ਕੁਮਾਰ ਨਾਲ ਕੁਮਾਰੀ ਸੀ ਨਾ ਸ਼ਰਮਾ, ਜਿਵੇਂ ਕਿ ਅਸੀਂ ਸੁਸ਼ੀਲ ਸ਼ਰਮਾ ਨਾਲ ਗੱਲਬਾਤ ਕਰਕੇ ਹਟੇ ਹਾਂ, ਜੋ ਇੱਥੇ ਮਿਲਕ ਬਦਾਮ ਵੇਚ ਰਹੇ ਹਨ। ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਸੁਪਨਿਆਂ ਦੇ ਸ਼ਹਿਰਾਂ ਵਿੱਚ ਨੌਕਰੀ ਕਰਕੇ ਹੁਣ ਇਹ ਕੰਮ ਕਰ ਰਿਹਾ, ਪਰ ਇਹ ਕਹਿ ਰਿਹਾ ਮੈਂ ਜੋ ਕੰਮ ਕਰ ਰਿਹਾ ਮੈਂ ਉਸ ਦਾ ਰਾਜਾ, ਮੈਨੂੰ ਕਿਸੇ ਦੀ ਨੌਕਰੀ ਕਰਨ ਦੀ ਲੋੜ ਨਹੀਂ ਪੈਂਦੀ, ਮੇਰਾ ਆਪਣਾ ਕੰਮ ਹੈ, ਮੇਰਾ ਜਦੋਂ ਮਨ ਕਰਦਾ ਮੈਂ ਉਦੋਂ ਕੰਮ ਕਰਦਾ। ਅਤੇ ਸ਼ਾਮ ਨੂੰ ਜਾ ਕੇ ਟਿਊਸ਼ਨਸ ਵੀ ਦਿੰਦੇ ਆ, ਆਇਲਸ ਵੀ ਪੜ੍ਹਾਉਂਦੇ ਨੇ ਸ਼ਾਮ ਨੂੰ ਜਾ ਕੇ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਡੇਲੀ ਪੋਸਟ ਦੇ ਨਾਲ। ਕੈਮਰਾ ਪਰਸਨ ਪਰਮਿੰਦਰ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।